ਉਹ ਸ਼ਿਵ ਸੈਨਾ ਨੂੰ ਨੇ ਇਦਾਂ ਦੀਆਂ ਚੀਜ਼ਾਂ ਇਹ ਸੋਚ ਲਿਆ ਵਾ ਕਿ ਪਤਾ ਨਹੀਂ ਹਰ ਗੱਲ ਦਾ ਬਿਆਨ ਕੋਈ ਹਿੰਦੂ ਸੰਗਠਨ ਵੀ ਕਿਸੇ ਤਰ੍ਹਾਂ ਦਾ ਬਿਆਨ ਦਿੰਦਾ ਉਹਨਾਂ ਨੂੰ ਵੀ ਸ਼ਿਵ ਸੈਨਾ ਦੇ ਨਾਲ ਜੋੜਿਆ ਜਾਂਦਾ। ਅੱਜ ਮੈਂ ਅਗਰ ਤੁਹਾਡੇ ਇੰਟਰਵਿਊ ਦੇ ਵਿੱਚ ਇਦਾਂ ਦੀ ਕੋਈ ਗੱਲ ਕਹਿਦਾ ਤੁਸੀਂ ਇਹਦੇ ਪਰਚਾ ਦਰਜ ਹੋ ਜਾਏਗਾ। ਮੈਂ ਦੂਜੇ ਪਹਿਲੂ ਦੇ ਵਿੱਚ ਆਉਂਦਾ ਵਾ ਕਿ ਅੰਮ੍ਰਿਤਪਾਲ ਜਾ ਕੇ ਇੰਨਾ ਕੂੜ ਪ੍ਰਚਾਰ ਕਰਦਾ ਪਿਆ, ਇੰਨਾ ਗੰਦ ਬੋਲਦਾ ਪਿਆ, ਸੋਧੇ ਨਾਮ ਦੀ ਗੱਲ ਕਰਦਾ, ਸਿੱਧੀ ਥ੍ਰੈਟ ਕਰਦਾ ਪਿਆ ਹਰ ਬੰਦੇ ਨੂੰ। ਕਿਉਂ ਨਹੀਂ ਉਹਦੇ ਤੇ ਪਰਚਾ ਦਰਜ ਕੀਤਾ ਜਾਂਦਾ ਪਿਆ? ਸੈਂਟਰ ਸਰਕਾਰ ਨੇ ਸਟੇਟ ਸਰਕਾਰ ਨੂੰ ਲਿਖ ਕੇ ਦਿੱਤਾ ਹੈ ਕਿ ਇੱਥੇ ਐਨਐਸਏ ਲਗਾਏ ਜਾਵੇ ਕਿਉਂਕਿ ਇਹਦੇ ਭੜਕਾਊ ਬਿਆਨ ਦੇ ਨਾਲ ਹੀ ਮਾਹੌਲ ਜਿਹੜਾ ਹੈਗਾ ਤਣਾਅਪੂਰਨ ਜਿਹੜਾ ਪੰਜਾਬ ਦਾ ਹੋ ਗਿਆ। ਔਰ ਆਪਣੇ ਸੀਐਮ ਸਾਹਿਬ ਕਹਿੰਦੇ ਛੋਟੀਆਂ ਮੋਟੀਆਂ ਗੱਲਾਂ ਯੋਗਰਾਜ ਸ਼ਰਮਾ ਤੇ ਇਹਨਾਂ ਨੇ ਵੀ ਬੀਤੇ ਦਿਨ ਮਤਲਬ ਆਪਣੇ ਪੁਲਿਸ ਅਧਿਕਾਰੀ ਵੱਡੇ ਉੱਚ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਆਪਣੀ ਸਿਕਿਉਰਟੀਆਂ ਵਾਪਸ ਕਰਨਗੇ, ਲੇਕਿਨ ਫਿਰ ਵੀ ਉਹ ਸਿਕਿਉਰਿਟੀ ਵਾਪਸ ਕਿਉਂ ਨਹੀਂ ਹੋਈ? ਕੀ ਕਾਰਨ ਐਸਾ ਕਿ ਉਹ ਸਿਕਿਉਰਿਟੀ ਉਹਨਾਂ ਨੂੰ ਵਾਪਸ ਕਰਨੀ ਪੈ ਗਈ? ਕੀ ਪ੍ਰਮਾਣ ਦੇਣਾ ਚਾਹੁੰਦੇ ਹੋ? ਤਬ ਮੈਂ ਗੱਲ ਦੱਸਦਾ ਮੈਂ ਕਿ ਯੋਗਰਾਜ ਸ਼ਰਮਾ ਨੇ ਅੱਜ ਤੱਕ ਮੇਰੇ ਖਿਆਲ 8 ਤੋਂ 10 ਸਾਲ ਹੋ ਗਏ ਆ ਪੰਜਾਬ ਪ੍ਰਧਾਨ ਬਣੇ ਹੋਏ। ਉਹਨੇ ਅੱਜ ਤੱਕ ਦੇਖੋ ਕਦੀ ਵੀ ਕੋਈ ਵੀ ਆਪਦਾ ਕਿਸੇ ਤੇ ਵੀ ਪਈ ਹੈ ਉਹਨੇ ਇੱਕ ਲੈਟਰ ਪੱਕੀ ਤਿਆਰ ਕੀਤੀ ਹੁੰਦੀ ਹੈ ਕਿ ਇਹਨੂੰ ਨਿਸ਼ਕਾਸਿਤ ਕੀਤਾ ਗਿਆ। ਜਿਹੜਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਾ ਜਿਹੜਾ ਉਦੋਂ ਸਾਹਿਬ ਠਾਕੁਰ ਦੇ ਗਰੁੱਪ ਦਾ ਬੰਦਾ ਵਾ ਉਹ ਬਾਰ-ਬਾਰ ਆਪਣੀ ਸਿਕਿਉਰਿਟੀ ਵਧਾਉਣ ਦੇ ਚੱਕਰਾਂ 'ਚ ਕੰਮ ਕਰਦਾ। ਮੁੱਦਾ ਚੱਲਿਆ ਹੈਗਾ ਹਿੰਦੂ ਨੂੰ ਬਹੁਤ ਖਤਰਾ ਹੈ ਪੰਜਾਬ ਦੇ ਵਿੱਚ। ਸ਼ਿਵ ਸੈਨਾ ਇੱਕ ਜ਼ਿਆਦਾ ਆਪਣੇ ਆਪ ਨੂੰ ਕਹਿੰਦੇ ਨੇ ਸਾਨੂੰ ਖਤਰਾ ਹੈ, ਹਿੰਦੂ ਨੂੰ ਖਤਰਾ ਹੈ, ਹਿੰਦੂ ਨੂੰ ਖਤਰਾ ਹੈ। ਕੀ ਖਤਰਾ ਹੈ ਉਹਨਾਂ ਨੂੰ? ਆਪਣੀ ਸ਼ਿਵ ਸੈਨਾ ਕਿੰਨੀਆਂ ਤੇ ਹੈਗੀਆਂ ਪੰਜਾਬ ਦੇ ਵਿੱਚ? ਕਿੰਨੀਆਂ ਸ਼ਿਵ ਸੈਨਾ ਹੋ ਗਈਆਂ ਜਿਹੜੀ ਮਤਲਬ ਨਾਲ ਆਪਣੀ ਵੱਖਰੀ ਬਣਾ ਕੇ ਬੈਠਾ? ਕਿਉਂਕਿ ਸ਼ਿਵ ਸੈਨਾ ਤਾਂ ਆਪਸ ਦੇ ਵਿੱਚ ਇੱਕ ਨਹੀਂ ਹੈਗੇ ਤੇ ਆਪਾਂ ਪੰਜਾਬ ਨੂੰ ਏਕਾ ਕਿੱਦਾਂ ਕਰ ਸਕਦੇ ਹਾਂ? ਕਿਤੇ ਨਾ ਕਿਤੇ ਹਿੰਦੂ ਸਮਾਜ ਜਿਹੜਾ ਆ ਪੰਜਾਬ ਦੇ ਵਿੱਚ ਸਿੱਖ ਔਰ ਹਿੰਦੂ ਭਾਈਚਾਰੇ ਨੂੰ ਬਰਾਬਰ ਬਰਕਰਾਰ ਰੱਖਦੇ ਹੋਏ ਹਾਲੇ ਤੱਕ ਚੱਲ ਰਿਹਾ, ਲੇਕਿਨ ਫਿਰ ਵੀ ਖਤਰਾ ਕਿੰਨਾ ਹੈ? ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਦੀਪਕ ਸੈਣੀ ਤੁਹਾਡਾ ਸਵਾਗਤ ਕਰਦਾ ਹਾਂ ਤਿੱਖੀ ਪਰ ਸਿੱਧੀ ਬਾਤ ਦੇ ਵਿੱਚ। ਪੰਜਾਬ ਦੇ ਚੱਲ ਰਹੇ ਜਿਹੜੇ ਮਾਹੌਲ ਨੇ ਇਸ ਟਾਈਮ ਭਾਈਚਾਰੇ ਨੂੰ ਲੈ ਕੇ ਹਿੰਦੂ ਸਿੱਖ ਨੂੰ, ਤੇ ਉਹਦੇ ਮੁੱਦੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪੰਜਾਬ ਕਾਰਜਕਾਰਨੀ ਪ੍ਰਧਾਨ ਰੋਹਿਤ ਜੋਸ਼ੀ ਜੀ ਨਾਲ। ਸਭ ਤੋਂ ਪਹਿਲਾਂ ਤਾਂ ਰੋਹਿਤ ਜੋਸ਼ੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਨਮਸਕਾਰ ਜੀ ਸਾਰੇ ਸਰੋਤਿਆਂ ਨੂੰ, ਜੈ ਸ਼ੰਕਰ ਜੀ, ਜੈ ਸ਼੍ਰੀ ਰਾਮ ਜੀ। ਸਰ, ਇੱਕ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸਿੱਖ ਹਿੰਦੂ ਭਾਈਚਾਰੇ ਨੂੰ ਲੈ ਕੇ, ਲੋਕੀ ਜਿੱਦਾਂ ਤੋੜਨ ਦੀ ਕੋਸ਼ਿਸ਼ ਕਰ ਰਹੇ, ਕਿਵੇਂ ਦੇਖਦੇ ਹੋ ਉਹਨੂੰ? ਦੇਖੋ ਜੀ, ਤੋੜਨ ਦੀ ਗੱਲ ਲੈ ਕੇ ਚੱਲਦੇ ਕਿਉਂਕਿ ਮਾਹੌਲ ਇੱਕੋ ਇੱਕ ਜਨ ਨੇ ਖਰਾਬ ਕੀਤਾ ਵਾ। ਮਹੀਨੇ ਡੇਢ ਮਹੀਨੇ ਤੋਂ ਕੋਈ ਬੰਦਾ ਆਇਆ ਅੰਮ੍ਰਿਤਪਾਲ, ਉਸ ਤੋਂ ਪਹਿਲਾਂ ਸਾਰਾ ਕੁਝ ਸਕੂਨ ਸੀ, ਠੀਕ ਸੀ ਸਾਰਾ ਕੁਝ, ਕੋਈ ਏਦਾਂ ਨਹੀਂ। ਇੱਕ ਪੈਰਾਸ਼ੂਟ ਐਂਟਰੀ ਹੁੰਦੀ ਹੈ, ਦੁਬਈ ਤੋਂ ਆਂਦਾ ਬੰਦਾ, ਦੁਬਈ ਤੋਂ ਆਉਣ ਤੋਂ ਬਾਅਦ ਉਹ ਏਦਾਂ ਦੇ ਬਿਆਨਬਾਜ਼ੀਆਂ ਕਰਨ ਲੱਗ ਪੈਂਦਾ ਵਾ ਕਿ ਸੌਦਾ ਲਾ ਦਈਏ, ਜੋ ਬੰਦਾ ਕਰਦਾ ਹੈਗਾ। ਯਾਨੀ ਕਿ ਅਲੱਗ ਹੀ ਤਰ੍ਹਾਂ ਦੀ ਇੱਕ ਉਹਨੇ ਵੇਵ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਲਾ ਦਿੱਤੀ ਹੈ। ਔਰ ਉਹ ਵੇਵ ਨੂੰ ਲੈ ਕੇ ਕਈ ਬੰਦੇ ਦੇਖੋ ਉਹਨੂੰ ਇੰਸਪਾਇਰ ਵੀ ਹੋਏ। ਦੇਖੋ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਵਾ, ਬਹੁਤ ਵਧੀਆ ਵਾ। ਹਰ ਧਰਮ ਨੂੰ ਹਰ ਬੰਦਾ ਆਪਣਾ ਅੱਗੇ ਲੈ ਕੇ ਜਾਂਦਾ। ਅਗਰ ਆਪਾਂ ਹਿੰਦੂ ਧਰਮ ਨੂੰ ਅੱਗੇ ਲਿਆਉਣ ਲਈ ਪ੍ਰਯਾਸ ਕਰਦੇ ਹਾਂ, ਉਹਨੇ ਵੀ ਆਪਣਾ ਪ੍ਰਯਾਸ ਕੀਤਾ ਹੈ। ਬਟ ਉਹ ਸਟੇਜਾਂ 'ਤੇ ਜਾ ਕੇ ਜਦੋਂ ਸੌਦੇ ਲਾਉਣ ਦੀ ਗੱਲਾਂ ਕਰਦਾ ਵਾ, ਉਹ ਇੱਕ ਹਿੰਦੂ ਸਿੱਖ ਜਿਹੜੇ ਭਾਈਚਾਰੇ ਨੂੰ ਦਰਾਰ ਵਿੱਚ ਪੈਦਾ ਕਰਨਾ ਚਾਹੁੰਦਾ। ਕਿਉਂਕਿ ਦੇਖੋ ਕਈ ਜਿਹੜੇ ਨੌਜਵਾਨ ਬੰਦੇ ਆ, ਨੌਜਵਾਨਾਂ ਨੂੰ ਨਹੀਂ ਪਤਾ ਹੁੰਦਾ ਕਿਹੜੀ, ਉਹ ਸਿਰਫ ਇੰਸਪਾਇਰ ਹੁੰਦੇ ਆ ਸੋਸ਼ਲ ਮੀਡੀਆ ਤੋਂ। ਸੋਸ਼ਲ ਮੀਡੀਆ ਤੋਂ ਇੰਸਪਾਇਰ ਹੋ ਕੇ ਕੋਈ ਨਾ ਕੋਈ ਗਲਤ ਸਟੈਪ ਉਹ ਚੱਕ ਲੈਂਦੇ ਆ, ਐਗਰੈਸਿਵ ਹੋ ਕੇ ਚੱਕ ਲੈਂਦੇ, ਜਿਹੜਾ ਕਿ ਉਹਨਾਂ ਨੂੰ ਬਾਅਦ ਚੋਂ ਪੂਰੀ ਜ਼ਿੰਦਗੀ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਜਿਵੇਂ ਕਿ ਲਾਸਟ ਕੁਝ ਦਿਨਾਂ ਤੋਂ ਪਹਿਲੇ ਆਪਣੇ ਇੱਕ ਸੂਰੀ ਸਾਹਿਬ ਜਿਹੜੇ ਸੀਗੇ, ਉਹਨਾਂ ਨੂੰ ਵੀ ਗੋਲੀ ਮਾਰ ਕੇ ਉਹਨਾਂ ਦਾ ਹੱਤਿਆ ਕਰ ਦਿੱਤੀ ਗਈ ਸੀਗੀ। ਇੰਨੀ ਸਿਕਿਉਰਿਟੀ ਸੀ, ਇੰਨਾ ਸਭ ਕੁਝ ਸੀਗਾ, ਤੇ ਉਹਨੂੰ ਕਿੱਦਾਂ ਦੇਖਦੇ ਤੁਸੀਂ? ਦੇਖੋ ਜੋ ਤੇ ਪ੍ਰਸ਼ਾਸਨ ਦਾ ਫੇਲੀਅਰ ਸੀ, ਉਹ ਤਾਂ ਹੁਣ ਜਾਂਚ ਦੇ ਉੱਪਰ ਸਾਰਾ ਪਤਾ ਲੱਗੇਗਾ। ਕਿਉਂਕਿ ਇੰਨੇ ਸਿਕਿਉਰਿਟੀ ਦੇ ਵਿੱਚ ਅਗਰ ਕਿਸੇ ਦਾ ਮਰਡਰ ਹੋ ਜਾਣਾ ਵਾ ਤਾਂ ਆਪਾਂ ਇਹ ਸੋਚਦੇ ਕਿ ਉਹ ਸਾਰਾ ਦਾ ਸਾਰਾ ਚੀਜ਼ਾਂ ਇੱਕ ਪਲਾਨਡ ਦੇ ਸਿਸਟਮ ਦੇ ਨਾਲ ਕੰਮ ਚੱਲ ਰਿਹਾ ਸੀ। ਇਹ ਤਾਂ ਜਦੋਂ ਜਾਂਚ ਦਾ ਵਿਸ਼ਾ ਵਾ, ਹੁਣ ਕਿੱਦਾਂ ਇਹ ਤਾਂ ਜਾਂਚ ਹੋਏਗੀ, ਉਹ ਚੀਜ਼ਾਂ ਦੇ ਵਿੱਚ ਹੋਏਗੀ। ਬਟ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦਾ, ਜਿੱਦਾਂ ਤੁਸੀਂ ਪਹਿਲਾਂ ਇੱਕ ਕੁਐਸਚਨ ਕੀਤਾ ਸੀ ਕਿ ਹਿੰਦੂ ਸਿੱਖ ਦੇ ਭਾਈਚਾਰੇ ਦੀ। ਦੇਖੋ ਹਿੰਦੂ ਸਿੱਖ ਭਾਈਚਾਰਾ ਹਾਲੇ ਵੀ ਕਾਇਮ ਹੈਗਾ ਵਾ ਸਾਰੇ ਪਾਸੇ। ਆਪਾਂ ਵੀ ਹਰ ਚੀਜ਼ ਜਿਹਨੂੰ ਜਿੰਨੀ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਕਾਇਮ ਰੱਖੇ। ਪਰ ਦੇਖੋ ਇੱਕ ਬੰਦੇ ਨੇ ਕਤਲ ਕੀਤਾ ਹੋਵੇ, ਉੱਥੇ ਜਾ ਕੇ ਸਿੱਖ ਜਿਹੜੀਆਂ ਜਥੇਬੰਦੀਆਂ ਜਾ ਕੇ ਉੱਥੇ ਉਹਨਾਂ ਨੂੰ ਫੁੱਲਾਂ ਦੀ ਵਰਸ਼ਾ ਕਰਦੀ ਪਈ ਹੈ। ਤੇ ਇਦਾਂ ਦੀ ਜਿਹੜੇ ਇਦਾਂ ਦੇ ਸਮਾਜ ਦੇ ਵਿੱਚ ਰਹਿ ਕੇ ਉਹ ਜਿਹੜਾ ਮੈਸੇਜ ਦਿੰਦੇ ਆ,
ਉਹ ਤੋੜਨ ਵਾਲਾ ਹੀ ਮੈਸੇਜ ਹੈ, ਜੋੜਨ ਵਾਲਾ ਨਹੀਂ ਹੈਗਾ। ਔਰ ਆਪਾਂ ਵੀ ਉਹਨਾਂ ਨੂੰ ਇਹ ਚੀਜ਼ ਕਲੀਅਰ ਕਰ ਦੇਣਾ ਚਾਹੁੰਦੇ, ਦੇਖੋ ਜਿਹੜਾ 9 ਮਾਸ ਦਾ ਰਿਸ਼ਤਾ ਬਾਰ-ਬਾਰ ਕਿਹਾ ਜਾਂਦਾ ਵਾ, ਉਹ ਐਵੇਂ ਨਹੀਂ ਸਾਰਿਆਂ ਨੂੰ ਕਿਹਾ ਜਾਂਦਾ। ਰਿਸ਼ਤੇ ਸਾਂਝ ਸਾਡੀ ਹੈਗੀ ਹੈ, ਬਿਲਕੁਲ ਹੈਗੀ ਹੈ, ਬਟ ਉਨੀ ਦੇਰ ਤੱਕ ਇਹ ਸਾਂਝ ਹੈਗੀ ਜਿੰਨੀ ਦੇਰ ਤੱਕ ਉਹ ਵੀ ਆਪਣੀ ਸਾਂਝ ਨਿਭਾਉਣਗੇ। ਜਿੱਦਾਂ ਦਾ ਰਿਪਲਾਈ ਉਹ ਕਰਨਗੇ ਉਦਾਂ ਦਾ ਰਿਪਲਾਈ ਉਹਨਾਂ ਨੂੰ ਮਿਲੇਗਾ। ਤੇ ਮੈਂ ਚਾਹੁੰਦਾ ਕਿ ਜਿਹੜੇ ਬੰਦੇ ਗਲਤ ਆਨਸਰ ਹੈ ਆਪਾਂ ਉਹਨਾਂ ਦਾ ਸਾਥ ਨਾ ਦਈਏ। ਜੋਸ਼ੀ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਕਿ ਅੰਮ੍ਰਿਤਪਾਲ ਕੋਈ ਭੜਕਾਊ ਐਸਾ ਭਾਸ਼ਣ ਦਿੰਦਾ ਹੈ, ਪਰ ਕਿਤੇ ਨਾ ਕਿਤੇ ਸ਼ਿਵ ਸੈਨਾ ਵੀ ਹੈ, ਉਹ ਵੀ ਭੜਕਾਊ ਭਾਸ਼ਣ ਦਿੰਦੀ ਹੈ, ਕਿਉਂਕਿ ਐਕਸ਼ਨ ਦਾ ਰਿਐਕਸ਼ਨ ਜਿਹੜਾ ਹੁੰਦਾ ਵਾ, ਕਿਤੇ ਨਾ ਕਿਤੇ ਸ਼ਿਵ ਸੈਨਾ ਵੀ ਉੱਥੇ ਗਲਤ ਭਾਸ਼ਣ ਜਿਹੜੀ ਦਿੰਦੀ ਹੈ, ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਵਾ, ਕੋਈ ਵੀ ਕੰਮ ਜਦੋਂ ਵੀ ਕੋਈ ਬਿਆਨਬਾਜ਼ੀ ਹੁੰਦੀ ਹੈ ਨਾ, ਉਹ ਸਾਰੀਆਂ ਚੀਜ਼ਾਂ ਆ ਕੇ ਸ਼ਿਵ ਸੈਨਾ ਦੇ ਆ ਕੇ ਖਤਮ ਹੋ ਜਾਂਦੀਆਂ ਜੀ। ਔਰ ਸ਼ਿਵ ਸੈਨਾ ਨੂੰ ਨੇ ਇਦਾਂ ਦੀਆਂ ਚੀਜ਼ਾਂ ਇਹ ਸੋਚ ਲਿਆ ਵਾ ਕਿ ਪਤਾ ਨਹੀਂ ਹਰ ਗੱਲ ਦਾ ਬਿਆਨ, ਕੋਈ ਹਿੰਦੂ ਸੰਗਠਨ ਵੀ ਕਿਸੇ ਤਰ੍ਹਾਂ ਦਾ ਬਿਆਨ ਦਿੰਦਾ, ਉਹ ਉਹਨਾਂ ਨੂੰ ਵੀ ਸ਼ਿਵ ਸੈਨਾ ਦੇ ਨਾਲ ਜੋੜਿਆ ਜਾਂਦਾ। ਪਹਿਲੀ ਗੱਲ ਤੇ ਦੇਖੋ, ਇਹ ਸਾਰਾ ਮੈਨੂਪਲੇਟ ਜਿਹੜੇ ਹੈਗੇ ਕੁਝ ਜਿਹੜੇ, ਮੈਂ ਦੇਖੋ ਮਾਫ ਕਰਨਾ, ਤੁਸੀਂ ਵੀ ਪ੍ਰੈਸ ਦੇ ਨੁਮਾਇੰਦੇ ਹੋ, ਤੁਸੀਂ ਸਾਡੇ ਸਤਿਕਾਰਯੋਗ ਹੋ, ਪਰ ਜਿਹੜੇ ਪ੍ਰੈਸ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕਾਫੀ ਪੋਰਟਲ ਔਰ ਇਦਾਂ ਦੀਆਂ ਚੀਜ਼ਾਂ ਬਣੀਆਂ ਗਈਆਂ, ਤੇ ਉਹਨਾਂ ਦੇ ਵਿੱਚ ਦੇਖੋ ਕਿਸੇ ਨੂੰ ਨੌਲੇਜ ਨਹੀਂ ਹੈ ਕਿਸ ਤਰ੍ਹਾਂ ਦੇ ਆਪਾਂ ਕੁਐਸਚਨ ਕਰਨੇ ਆ, ਕਿੱਦਾਂ ਦਾ ਨਹੀਂ ਕਰਨੇ, ਔਰ ਕਿਸੇ ਦੇ ਜੋ ਮੂੰਹ ਚਾਹੁੰਦਾ ਉਹ ਪੁੱਛਦੇ ਆ। ਹੁਣ ਇਹ ਮੈਨੂਪਲੇਟ ਕਰਕੇ ਪੁੱਛਦੇ ਆ ਜਾਂ ਕਿੱਦਾਂ ਪੁੱਛਦੇ, ਇਹ ਤੇ ਹੁਣ ਉਹ ਜਾਣਨ ਜਿਹੜੇ ਬੰਦੇ ਕਰਦੇ ਆ। ਬਟ ਇਹ ਚੀਜ਼ਾਂ ਉਹ ਪ੍ਰੈਸ ਦੇ ਨੁਮਾਇੰਦਿਆਂ ਨੂੰ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਵਾ ਕਿ ਦੇਖੋ ਤੁਸੀਂ ਕੁਐਸਚਨ ਜਿਹੜਾ ਕਰਨੇ ਆ ਉਹਦੇ ਨਾਲ ਜਿਹੜੀ ਹੈਗੀ ਆ ਅਖੰਡਤਾ ਦੀ ਕਿਸੇ ਦੇ ਨਾਲ ਕੋਈ ਗੱਲ ਨਾ ਹੋਵੇ। ਤੁਸੀਂ ਇੱਕ ਤਰਕ ਦਾ ਕੁਐਸਚਨ ਪੁੱਛੋ ਤਾਂ ਕਿ ਅਗਲਾ ਬੰਦਾ ਉਹਦਾ ਜਵਾਬ ਦੇ ਸਕੇ। ਜਦੋਂ ਮੂੰਹ ਚੱਕ ਕੇ ਗੱਲ ਕਰਦਾ ਜੀ, ਛਿੱਕੂ ਲਗਾ ਦੇਣਾ ਜੀ, ਆਹ ਕਰ ਦੇਣਾ ਜੀ, ਉਹ ਸਾਨੂੰ ਆ ਕੇ ਇੱਕ ਵਾਰੀ ਗੱਲ ਕਰੇ, ਉਹਦਾ ਮੂੰਹ ਤੋੜ ਕੇ ਭੇਜਾਂਗੇ ਜਦੋਂ ਕਿੱਦਾਂ ਗੱਲ ਕਰੀਦੀ ਹੈ। ਇਹ ਗੱਲਾਂ ਕੁਐਸਚਨ ਕਰਨ ਵਾਲੇ ਨਹੀਂ ਹੈ। ਪਿਛਲੇ ਜਿਹੜਾ ਹੈਗਾ ਲੁਧਿਆਣੇ ਦੇ ਵਿੱਚ ਇੱਕ ਮਨੋਜ ਹੀਰਾ ਦੇ ਨਾਮ ਦਾ ਵਿਅਕਤੀ ਹੈ, ਉਹ ਸ਼ਿਵ ਸੈਨਾ ਦਾ ਇੰਟਰਵਿਊ ਕਰਨ ਚਲੇ ਜਾਂਦਾ ਵਾ ਜੀ, ਉਹਦੇ ਘਰ ਬਾਹਰ ਕਹਿੰਦਾ ਜੀ ਇਹ ਬਾਥਰੂਮ ਸੀ, ਇੱਥੇ ਇਹ ਚੀਜ਼ਾਂ ਸੀ, ਤੈਨੂੰ ਯਾਰ ਤੇਰੀਆਂ ਜਿਹੜੀਆਂ 10-10 ਕਰੋੜ ਦੀਆਂ ਕੋਠੀਆਂ ਵਾ ਜਿਹੜੀਆਂ ਤੂੰ ਇਹਨਾਂ ਗੱਲਾਂ ਕਰਦਾ ਪਿਆ। ਦੇਖੋ ਇਹ ਜੋੜਿਆ ਜਾਂਦਾ ਪਿਆ ਸ਼ਿਵ ਸੈਨਾ ਦੇ ਨਾਲ ਹਰ ਚੀਜ਼ ਦੇ ਵਿੱਚ। ਹਰ ਬੰਦਾ ਸ਼ਿਵ ਸੈਨਿਕ ਨਹੀਂ ਹੈਗਾ, ਉਹ ਜਿਹੜੇ ਬੰਦੇ ਸ਼ਿਵ ਸੈਨਿਕ ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਆਪਾਂ ਕਿਸ ਤਰੀਕੇ ਨਾਲ ਬੋਲਣਾ ਜਾਂ ਕਿਸ ਤਰੀਕੇ ਨਾਲ ਨਹੀਂ ਬੋਲਣਾ। ਹਾਂ, ਕੁਝ ਜਜ਼ਬਾਤ ਹੋ ਕੇ ਕੋਈ ਗੱਲਬਾਤ ਹੋ ਜਾਂਦੀ ਹੈ। ਇੱਕ ਪਾਸੇ ਦੇਖੋ ਕੋਈ ਬੰਦਾ ਆਂਦਾ ਹੈ, ਉਹ ਚੰਗਾ ਭਲਾ ਇੱਕ ਪਲੇਟਫਾਰਮ, ਇੱਕ ਗੱਡੀ ਸਹੀ ਤਰੀਕੇ ਨਾਲ ਚੱਲਦੀ ਪਈ ਹੈ, ਜਿਹਦੇ ਵਿੱਚ ਉਭਾਰਨ ਵਾਸਤੇ ਸਾਰਾ ਕੰਮ ਕਰਦੇ ਪਏ ਉਹਦੇ ਵਿੱਚ, ਔਰ ਆਂਦੇ ਨਾਲ ਹੀ ਉਹ ਸੌਦੇ ਲਾਉਣ ਦੀ ਗੱਲ ਕਰਦਾ। ਠੀਕ ਹੈ, ਹਥਿਆਰ ਰੱਖੋ। ਅੱਜ ਦਾ ਬਿਆਨ ਮੈਂ ਪੜ੍ਹਦਾ ਪਿਆ ਸੀ ਕਿ ਦੇਖੋ ਜੀ, ਸਭ ਤੋਂ ਪਹਿਲਾਂ ਜੀ ਹੁਣ ਉਹਨਾਂ ਦੇ ਇਹ ਗੱਲ ਕੀ ਕਰਦਾ, ਹਿੰਦੂ ਸਿੱਖ ਦੇ ਵਿੱਚ ਪਾੜ ਕਾਹਦਾ ਵਾ, ਹਿੰਦੂ ਸਿੱਖ ਦੇ ਵਿੱਚ ਪਾੜ ਇਸ ਚੀਜ਼ ਦਾ ਵਿੱਚ ਪਾਣ ਨੂੰ ਕਰਦਾ ਪਿਆ ਕਿ ਦੇਖੋ ਜੀ, ਸਿੱਖਾਂ ਦੇ ਘਰਾਂ ਦੇ ਵਿੱਚ ਪੁਲਿਸ ਆ ਕੇ ਤਲਾਸ਼ੀ ਦਿੱਤੀ ਜਾਂਦੀ ਪਈ ਹੈ, ਉਹਨਾਂ ਕੋਲੋਂ ਅਗਰ ਡੰਡਾ ਵੀ ਮਿਲਦਾ ਉਹ ਵੀ ਲੈ ਜਾਂਦੇ ਆ। ਕੱਲ ਨੂੰ ਜੀ ਦਿੱਲੀ ਦੇ ਤਰਕ ਦੇ ਵਿੱਚ ਇਕੱਠੇ ਆਣਗੇ, ਉਦਾਹਰਨਾਂ ਦਿੰਦਾ ਜਰਮਨ ਦੀਆਂ, ਕਦੀ ਕਿਤੇ ਦੀਆਂ, ਬੈਠਾ ਉਹ ਹੈਗਾ ਆਪਣੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ, ਜਿਹਨੂੰ ਬਾਰ-ਬਾਰ ਖਾਲਿਸਤਾਨ ਬਣਾਉਣ ਦੀ ਗੱਲ ਕਰਦਾ ਪਿਆ, ਗੁਲਾਮੀ ਦੀ ਗੱਲ ਕਰਦਾ ਪਿਆ। ਇਹ ਚੀਜ਼ਾਂ ਦੀ ਲੋੜ ਕੀ ਹੈ? ਗੁਲਾਮ ਤੇ ਉਹ ਬੰਦਾ ਹੋਇਆ ਜਿਹੜਾ ਬੰਦਾ ਕੋਈ ਕਰ ਨਹੀਂ ਸਕਦਾ ਪਿਆ। ਤੁਸੀਂ ਚੀਜ਼ਾਂ ਦੇਖੋ, ਇਹ ਕਿੰਨੇ ਬਿਆਨ ਕਿੰਨੀਆਂ ਸਟੇਜਾਂ ਦੇ ਉੱਪਰ ਜਾ ਕੇ ਦਿੰਦਾ ਵਾ, ਅੱਜ ਤੱਕ ਖੁੱਲਾ ਚੈਲੰਜ ਕਰਦਾ ਵਾ, ਸੌਦੇ ਲਾਉਣ ਦੀ ਗੱਲਾਂ ਕਰਦਾ। ਅੱਜ ਮੈਂ ਅਗਰ ਤੁਹਾਡੇ ਇੰਟਰਵਿਊ ਦੇ ਵਿੱਚ ਇਦਾਂ ਦੀ ਕੋਈ ਗੱਲ ਕਹਿਦਾ ਤੇ ਸਵੇਰੇ ਪਰਚਾ ਦਰਜ ਹੋ ਜਾਏਗਾ ਜੀ, ਪਰ ਉੱਤੇ ਨਹੀਂ ਦਰਜ ਹੁੰਦਾ ਪਿਆ। ਸੈਂਟਰ ਸਰਕਾਰ ਨੇ ਸਟੇਟ ਸਰਕਾਰ ਨੂੰ ਲਿਖ ਕੇ ਦਿੱਤਾ ਵਾ ਕਿ ਇੱਥੇ NSA ਲਗਾਈ ਜਾਵੇ, ਕਿਉਂਕਿ ਇਹਦੇ ਭੜਕਾਊ ਬਿਆਨ ਦੇ ਨਾਲ ਹੀ ਮਾਹੌਲ ਜਿਹੜਾ ਹੈਗਾ ਤਣਾਅਪੂਰਨ ਜਿਹੜਾ ਪੰਜਾਬ ਦਾ ਹੋ ਗਿਆ। ਔਰ ਆਪਣੇ CM ਸਾਹਿਬ ਕਹਿੰਦੇ ਛੋਟੀਆਂ-ਮੋਟੀਆਂ ਗੱਲਾਂ ਉਹਨੂੰ ਹੀਰੋ ਬਣ ਜਾਏਗਾ ਜੀ। ਉਹ ਇਦਾਂ ਦੀਆਂ ਜਦੋਂ ਗੱਲਾਂ ਇੱਕ CM ਸਾਹਿਬ ਸਾਡੇ ਜਿੰਨੇ ਪ੍ਰੈਜ਼ੈਂਟ ਪੂਰੇ ਪੰਜਾਬ ਨੂੰ ਕਰਨਾ, ਸਟੇਟ ਨੂੰ ਕਰਨਾ, ਉਹ ਇਦਾਂ ਦੇ ਬਿਆਨ ਦਿੰਦੇ ਆ, ਤੇ ਫਿਰ ਤੇ ਕਿਸੇ ਵੀ ਬਿਆਨਬਾਜ਼ੀ ਦੇ ਉੱਪਰ ਕੋਈ ਗੱਲ ਰਹਿ ਹੀ ਨਹੀਂ ਜਾਂਦੀ। ਜੋਸ਼ੀ ਸਾਹਿਬ, ਇੱਕ ਜਿਹੜੇ ਹਰਵਿੰਦਰ ਸੋਨੀ ਜਿਹੇ ਬੀਤੇ ਦਿਨ ਕੁਝ ਦਿਨ ਪਹਿਲੇ ਮਤਲਬ ਉਹਨਾਂ ਨੇ ਇੱਕ ਬਿਆਨ ਐਸਾ ਦਿੱਤਾ ਹੈ ਜਿਹਦੇ ਕਰਕੇ ਉਹਨਾਂ ਤੇ ਪਰਚਾ ਦਰਜ ਹੋ ਗਿਆ। ਉਹਨਾਂ ਨੇ ਪਬਲਿਕ ਦੇ ਵਿੱਚ ਵੀ ਮਾਫੀ ਮੰਗੀ, ਮੀਡੀਆ ਦੇ ਵਿੱਚ ਵੀ ਮਾਫੀ ਮੰਗੀ, ਫਿਰ ਵੀ ਉਹਨਾਂ ਤੇ ਪਰਚਾ ਦਰਜ ਹੈ। ਇਹਨੂੰ ਕਿਸ ਤਰੀਕੇ ਨਾਲ ਦੇਖਦੇ ਤੁਸੀਂ? ਦੇਖੋ, ਪਰਚਾ ਦਰਜ ਆਪਾਂ ਦੇਖਿਆ ਉਹਨਾਂ ਦਾ ਬਿਆਨ ਦੇ ਵਿੱਚ, ਐਕਚੁਅਲੀ ਕਿ ਉਹਨਾਂ ਦਾ ਪੂਰਾ ਬਿਆਨ, ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਸ਼ਰਾਰਤੀ ਅੰਸਰ ਹੈ, ਜਿਹੜੇ ਪ੍ਰੈਸ ਦੇ ਵਿੱਚ ਵੀ ਸ਼ਰਾਰਤੀ ਅੰਸਰ ਹੈ, ਜਿਹੜੇ ਖਾਲਿਸਤਾਨੀਆਂ ਦੇ ਨਾਲ ਚੱਲਦੇ ਆ ਬੰਦੇ, ਉਹ ਐਕਚੁਅਲੀ ਕੀ ਕਰਦੇ ਆ ਕਿ ਉਹਨਾਂ ਨੇ ਛੋਟੇ ਪੋਰਟਲ ਬਣਾ ਰੱਖੇ ਹੋਏ ਆ। ਪੋਰਟਲ ਬਣਾ ਕੇ ਕੀ ਕਰਦੇ, ਉਹ ਉਨੀ ਹੀ ਕਟਿੰਗ ਰਹਿੰਦੇ ਆ ਜਿੰਨਾ ਕੋ ਵਿਵਾਦਿਤ ਬਿਆਨ ਹੁੰਦਾ, ਉਹ ਪੂਰਾ ਬਿਆਨ ਦਿਖਾਉਂਦੇ ਨਹੀਂ ਹੈ। ਹਾਂ, ਇਹ ਗੱਲ ਗਲਤ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਦੇ ਆਪ ਹੀ ਉਹਨਾਂ ਨੇ ਐਕਸੈਪਟ ਕੀਤਾ ਕਿ ਮੇਰੇ ਮੂੰਹੋਂ ਇਹ ਚੀਜ਼ ਗਲਤ ਨਿਕਲੀ। ਕਹਿਣਾ ਚਾਹੀਦਾ ਸੀ ਉਹਨਾਂ ਨੂੰ ਕਿ ਅੰਮ੍ਰਿਤਪਾਲ, ਜਦੋਂ ਉਹਨਾਂ ਦਾ ਬਿਆਨ ਕੀ ਸੀ ਪੂਰਾ, ਮੈਂ ਤੁਹਾਨੂੰ ਦੱਸ ਦਿੰਦਾ। ਉਹਨਾਂ ਦਾ ਬਿਆਨ ਇਹ ਚੀਜ਼ ਦਾ ਸੀ ਕਿ ਦੇਖੋ, ਜਿਹੜੇ ਅੰਮ੍ਰਿਤਪਾਲ ਜਿਹੜਾ ਹੈਗਾ ਵਾ, ਉਹਨੂੰ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਵਾ ਇੱਕ ਕਮਰੇ ਖੋਲ ਕੇ ਦਿੱਤੇ ਗਏ ਆ
ਕੱਲ ਨੂੰ ਇਦਾਂ ਦਾ ਕੋਈ ਵੀ ਇਨਸੀਡੈਂਟ ਨਾ ਹੋ ਜਾਵੇ ਜਿਹੜਾ 84 ਦਾ ਦੌਰ ਪਹਿਲਾਂ ਆਇਆ ਸੀ। ਆਤੰਕਵਾਦ ਦਾ ਜੋ ਅੱਜ ਕੱਲ ਉਹ ਕਰਦਾ ਪਿਆ, ਉਹ ਆਤੰਕਵਾਦ ਤੋਂ ਘੱਟ ਨਹੀਂ ਹੈਗਾ। ਤੇ ਉਹਨੇ ਆ ਗੱਲ ਕਹੀ ਸੀ, ਕਹਿਣਾ ਉਹਨੇ ਜਿਹੜਾ ਚਾਹੁੰਦਾ ਸੀ ਕਿ ਕੱਲ ਨੂੰ ਇਹ ਚੀਜ਼ ਦੇ ਵਿੱਚ ਇਹ ਨਾ ਹੋ ਜਾਵੇ ਕਿ ਸਰਕਾਰ ਨੂੰ ਦੁਬਾਰਾ ਉੱਥੇ ਕੋਈ ਅਟੈਕ ਕਰਕੇ ਜਿਹੜਾ ਹੈਗਾ ਵਾ ਆਤੰਕਵਾਦੀਆਂ ਨੂੰ ਬਾਹਰ ਕੱਢਣਾ ਪਵੇ। ਉਹਨਾਂ ਨੇ ਕਹਿਣਾ ਚਾਹੀਦਾ ਸੀ ਇਹ, ਬਟ ਉਹਨਾਂ ਨੇ ਕਿਹਾ ਕਿ ਅਸੀਂ, ਤੇ ਉਹ ਜਿਹੜੀ ਚੀਜ਼ਾਂ ਵਾ ਠੀਕ ਹੈ, ਬੰਦੇ ਨੂੰ ਜਜ਼ਬਾਤੀ ਕੁਝ ਹੋ ਕੇ ਪਤਾ ਨਹੀਂ ਉਹਨਾਂ ਨੇ ਕੋਈ ਗੱਲ ਕਹਿ ਦਿੱਤੀ, ਬਟ ਉਹਨਾਂ ਨੇ ਉਸ ਤੇ ਮਾਫੀ ਵੀ ਇੱਕ ਮੰਗੀ ਹੈ। ਮਾਫੀ ਇਸ ਕਾਰਨ ਮੰਗੀ ਸੀ ਕਿ ਕਿਉਂਕਿ ਦੇਖੋ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਜਿੰਨੇ ਵੀ ਸਿਪਾਹੀ ਹੈ, ਮੈਂ ਤੁਹਾਨੂੰ ਜਿੱਦਾਂ ਪਹਿਲੇ ਵੀ ਕਿਹਾ ਵਾ ਕਿ ਉਹ ਹਿੰਦੂ ਸਿੱਖ ਨੂੰ ਕਦੀ ਅਲੱਗ ਨਹੀਂ ਸਮਝਦੇ। ਕਿਉਂਕਿ ਬਾਲਾ ਸਾਹਿਬ ਠਾਕਰੇ ਜੀ ਨੇ ਜਦੋਂ ਸਾਰੇ ਦੇਸ਼ 'ਚ ਦੰਗੇ ਫਿਰਦੇ ਹੋਏ ਸੀ ਤੇ ਉਹਨਾਂ ਨੇ ਉਸੇ ਮਹਾਰਾਸ਼ਟਰ ਵਿੱਚ ਕਿਹਾ ਸੀ ਕਿ ਮੇਰੇ ਕੋਈ ਵੀ ਸਿੱਖ ਭਰਾ ਨੂੰ ਕੋਈ ਕਿਸੇ ਨੇ ਵੀ ਉਂਗਲ ਲਗਾਈ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਤੇ ਉਹਨਾਂ ਦੇ ਸਿਧਾਂਤਾਂ ਦੇ ਉੱਪਰ ਹੀ ਆਪਾਂ ਪੰਜਾਬ ਦੇ ਜਿਹੜੇ ਇਕਾਈ ਹੈ, ਹਰੀ ਸਿੰਘਲਾ ਜੀ ਸਾਡੇ ਪੰਜਾਬ ਪ੍ਰਧਾਨ ਹੈਗੇ, ਠੀਕ ਹੈ, ਤੇ ਉਹਨਾਂ ਦੇ ਆਦਰਸ਼ਾਂ ਦੇ ਵਿੱਚ ਆਪਾਂ ਕੰਮ ਕਰਦੇ ਪਏ ਹਾਂ। ਮਾਫੀ ਮੰਗਣ ਦੇ ਬਾਵਜੂਦ ਵੀ ਪਰਚਾ ਦਰਜ ਹੁੰਦਾ ਵਾ, ਪਰਚਾ ਦਰਜ ਹੋ ਗਿਆ, ਅੱਜ ਉਹਨਾਂ ਨੂੰ ਅਰੈਸਟ ਵੀ ਕਰ ਦਿੱਤਾ ਗਿਆ ਵਾ। ਹੁਣ ਮੈਂ ਦੂਜੇ ਪਹਿਲੂ ਦੇ ਵਿੱਚ ਆਨਾ ਵਾ ਕਿ ਅੰਮ੍ਰਿਤਪਾਲ ਜਾ ਕੇ ਇੰਨਾ ਕੂੜ ਪ੍ਰਚਾਰ ਕਰਦਾ ਪਿਆ, ਇੰਨਾ ਗੰਦ ਬੋਲਦਾ ਪਿਆ, ਸੌਦੇ ਲਾਉਣ ਦੀ ਗੱਲ ਕਰਦਾ, ਸਿੱਧੇ ਥ੍ਰੈਟ ਕਰਦਾ ਪਿਆ ਹਰ ਬੰਦੇ ਨੂੰ। ਕਿਉਂ ਨਹੀਂ ਉਹਦੇ ਤੇ ਪਰਚਾ ਦਰਜ ਕੀਤਾ ਜਾਂਦਾ ਪਿਆ? ਕਿਉਂ ਨਹੀਂ ਉਹਨੂੰ ਅਰੈਸਟ ਕੀਤਾ ਜਾਂਦਾ ਪਿਆ? ਜਦੋਂ ਸੀਐਮ ਸਾਹਿਬ ਨੇ ਇੱਕ ਹੀ ਚੀਜ਼ ਕਹਿਤੀ ਜੀ, ਹਥਿਆਰਾਂ ਤੇ 3 ਮਹੀਨੇ ਲਈ ਬੈਨ, ਜਦ ਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਮਾਹੌਲ ਗਰਮਾਇਆ ਗਿਆ ਜਾਂ ਕੁਛ ਹੈ, ਕੋਈ ਬੰਦਾ ਆਪਣੀ ਆਤਮ ਰੱਖਿਆ ਲਈ ਅਗਰ ਅਪਲਾਈ ਕਰਦਾ ਪਿਆ, ਹੁਣ ਕਰ ਦਿੰਦਾ ਪਿਆ, ਕਿਉਂਕਿ ਪਹਿਲਾਂ ਨਹੀਂ ਸੀ, ਪਹਿਲਾਂ ਨੂੰ ਇਦਾਂ ਚੀਜ਼ਾਂ ਨਹੀਂ ਲੱਗਦੀਆਂ ਸੀ, ਪਰ ਅੱਜ ਨੂੰ ਲੱਗਦਾ ਪਿਆ ਕਿ ਮੇਰੀ ਸੇਫਟੀ, ਖੁਦ ਦੀ ਸੇਫਟੀ ਕੀ ਹੈ। ਜਦ ਕਿ ਗਨਮੈਨ ਕੋਲ ਹੋਣ ਦੇ ਬਾਵਜੂਦ ਵੀ ਗੋਲੀ ਵੱਜ ਜਾਂਦੀ ਹੈ ਤੇ ਇੱਕ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਪਿਆ। ਉਹ ਆਪਣੀ ਸੇਫਟੀ ਲਈ ਹੁਣ ਅੱਜ ਅਪਲਾਈ ਕਰਨ ਦੀ ਵਾਰੀ ਆਈ ਹੈ ਤੇ ਠੀਕ ਹੈ, ਅੱਜ ਉਹਨਾਂ ਨੂੰ ਕਹਿੰਦਾ ਮੈਂ ਬੈਨ ਕਰ ਦਿੱਤਾ, ਠੀਕ ਹੈ। ਫਿਰ ਉਹ ਕਹਿੰਦੇ ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਵਾ। ਇਦਾਂ ਦੀਆਂ ਜਿਹੜੀਆਂ ਬਿਆਨ ਜਿਹੜੇ ਸੀਐਮ ਸਾਹਿਬ ਦਿੰਦੇ ਪਏ ਆ, ਉਹ ਜਿਹੜੇ ਬੜੇ ਇਤਰਾਜ਼ਯੋਗ ਹੈ। ਅਗਰ ਉਹਨਾਂ ਨੇ ਕਿਹਾ ਕੋਈ ਹੇਟ ਸਪੀਚ ਕਰਦਾ, ਕੋਈ ਨਾਲ ਹੀ ਪਰਚਾ ਦਰਜ ਕੀਤਾ ਜਾਵੇ। ਪੱਤਰਕਾਰ ਦੇ ਉੱਪਰ ਦੇਖੋ ਹੇਟ ਸਪੀਚ ਜੋ ਵੀ ਉਹਨੇ ਕੀਤੀ ਸੀ ਉਹਦੇ ਪਰਚਾ ਦਰਜ ਕੀਤਾ ਗਿਆ, ਵਧੀਆ ਗੱਲ ਹੈ। ਅੰਮ੍ਰਿਤਪਾਲ ਦੇ ਵੀ ਪਰਚਾ ਦਰਜ ਕਰਦਾ, ਉਹ ਤਾਂ ਹੇਟ ਸਪੀਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਗੱਲ ਕਰਦਾ, ਹਥਿਆਰਾਂ ਦੀ ਗੱਲ ਕਰਦਾ। ਅੱਛਾ, ਹਥਿਆਰ ਨੂੰ ਲੈ ਕੇ ਇੱਕ ਗੱਲ ਸਰਾਈ, ਤੁਹਾਡੇ ਪੰਜਾਬ ਪ੍ਰਧਾਨ ਰਹੇ ਨੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਵਿੱਚ ਯੋਗਰਾਜ ਸ਼ਰਮਾ ਜੀ, ਤੇ ਇਹਨਾਂ ਨੇ ਵੀ ਬੀਤੇ ਦਿਨ ਮਤਲਬ ਆਪਣੇ ਪੁਲਿਸ ਅਧਿਕਾਰੀ, ਵੱਡੇ ਉੱਚ ਅਧਿਕਾਰੀ ਜਿਹੜੇ ਆ, ਉਹਨਾਂ ਨੂੰ ਆਪਣੀ ਸਿਕਿਉਰਟੀਆਂ ਵਾਪਸ ਕਰਨ ਗਏ ਸੀ, ਲੇਕਿਨ ਫਿਰ ਵੀ ਉਹ ਸਿਕਿਉਰਿਟੀ ਵਾਪਸ ਕਿਉਂ ਨਹੀਂ ਹੋਈ? ਉਹਦਾ ਕੀ ਕਾਰਨ ਹੈ? ਕੀ ਕਾਰਨ ਹੈ ਐਸਾ ਕਿ ਉਹ ਸਿਕਿਉਰਿਟੀ ਉਹਨਾਂ ਨੂੰ ਵਾਪਸ ਕਰਨੀ ਪੈਗੀ? ਕੀ ਪ੍ਰਮਾਣ ਦੇਣਾ ਚਾਹੁੰਦੇ ਹੋ? ਯੋਗਰਾਜ ਸ਼ਰਮਾ ਪੰਜਾਬ ਪ੍ਰਧਾਨ ਜਿਹੜਾ ਹੈਗਾ, ਉਹ ਆਪਣਾ ਉद्धਵ ਸਾਹਿਬ ਠਾਕਰੇ ਜੀ ਦੇ ਗਰੁੱਪ ਦਾ ਵਾ। ਮੈਂ ਤੁਹਾਨੂੰ ਇਹ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ ਵਾਂ ਕਿ ਇੱਥੇ ਜਿਹੜਾ ਹੈ ਆਪਾਂ ਸ਼ਿੰਦੇ ਜੀ ਦੇ ਗਰੁੱਪ ਦੇ ਨਾਲ ਜਿਹੜੇ ਜਿਨ੍ਹਾਂ ਦੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਜੀ ਹੈ, ਠੀਕ ਹੈ, ਤੇ ਉਹਨਾਂ ਦੇ ਨੇਤਰਤਵ 'ਚ ਕੰਮ ਸਾਰੇ ਕਰ ਰਹੇ ਆ। ਤਾਂ ਮੈਂ ਗੱਲ ਦੱਸਦਾ ਵਾਂ ਕਿ ਯੋਗਰਾਜ ਸ਼ਰਮਾ ਨੇ ਅੱਜ ਤੱਕ ਮੇਰੇ ਖਿਆਲ 8 ਤੋਂ 10 ਸਾਲ ਹੋ ਗਏ ਆ ਉਹਨੂੰ ਪੰਜਾਬ ਪ੍ਰਧਾਨ ਬਣੇ ਹੋਏ। ਉਹਨੇ ਅੱਜ ਤੱਕ ਦੇਖੋ ਕਦੀ ਵੀ ਕੋਈ ਵੀ ਆਪਦਾ ਕਿਸੇ ਤੇ ਵੀ ਪਈ ਹੈ, ਉਹਨੇ ਇੱਕ ਲੈਟਰ ਪੱਕੀ ਤਿਆਰ ਕੀਤੀ ਹੁੰਦੀ ਹੈ ਕਿ ਇਹਨੂੰ ਨਿਸ਼ਕਾਸਿਤ ਕੀਤਾ ਗਿਆ। ਜਦ ਕਿ ਬਾਲਾ ਸਾਹਿਬ ਠਾਕਰੇ ਪਾਰਟੀ ਦਾ ਇੱਕ ਰੂਲ ਰੈਗੂਲੇਸ਼ਨ ਹੁੰਦਾ, ਉਹ ਆਪਣੀ ਘਰ ਦੀ ਸ਼ਿਵ ਸੈਨਾ ਸਮਝਦਾ ਵਾ ਕਿ ਘਰ ਦੀ ਸ਼ਿਵ ਸੈਨਾ ਵਾ, ਜਿਹਨੂੰ ਦੇਖਿਆ ਜੀ ਕਰਦਾ, ਬਾਅਦ ਚੋਂ ਨਾਮ ਲੈ ਲੈਂਦਾ ਵਾ ਆਪਣੇ ਕਿ ਮੈਨੂੰ ਜੀ ਬੰਬੇ ਤੋਂ ਆ ਮੈਂ ਕਹਿ ਦਿੱਤਾ ਜਾਂ ਕਰ ਦਿੱਤਾ, ਕਿ ਉਹਦੀ ਥੋੜੀ ਬਹੁਤੀ ਚਲੋ ਬੰਦਿਆਂ ਨਾਲ ਸਾਂਠ-ਗਾਂਠ ਹੈਗੇ ਜਿਹਦੇ ਨਾਲ ਬਿਨਾਂ ਕੋਈ ਵੈਰੀਫਿਕੇਸ਼ਨ ਕੀਤੇ ਹੋਏ ਉਹ ਜਲਦੀ ਸਟੈਪ ਲੈ ਲੈਂਦੇ ਆ। ਪਹਿਲਾਂ ਕਰਵਲ ਜੀ ਦਾ ਦੇਖੋ ਫਗਵਾੜੇ ਦੇ ਵਿੱਚ ਕਾਂਡ ਹੋਇਆ ਸੀ, ਉਦੋਂ ਉਹਨੇ ਕਿਸੇ ਸਾਥ ਨਹੀਂ ਦਿੱਤਾ। ਉਸ ਤੋਂ ਬਾਅਦ ਸਿੰਗਲਾ ਜੀ ਦਾ 29 ਅਪ੍ਰੈਲ ਨੂੰ ਹੋਇਆ ਵਾ, ਉੱਥੇ ਕੋਈ ਸਾਥ ਨਹੀਂ। ਅੱਜ ਸੋਨੀ ਜੀ ਦਾ ਹੋਇਆ ਵਾ, ਦੇਖੋ ਸੋਨੀ ਨੇ ਜੋ ਵੀ ਗਲਤ ਗੱਲ ਕਹੀ ਉਹ ਗੱਲ ਦੀ ਉਹਨਾਂ ਨੇ ਮਾਫੀ ਵੀ ਮੰਗੀ, ਸਾਰਾ ਕੁਝ ਹੈ, ਬਟ ਆਪਾਂ ਉਹਨਾਂ ਦੇ ਨਾਲ ਆ, ਠੀਕ ਹੈ। ਉਹ ਸਾਡੇ ਹਿੰਦੂ ਭਰਾ ਵਾ, ਅਗਰ ਕਿਸੇ ਕੋਲ ਗਲਤੀ ਹੁੰਦੀ ਹੈ ਉਹਨਾਂ ਨੂੰ ਗਲਤੀ ਤੋਂ ਸੁਧਾਰਨ ਦਾ ਮੌਕਾ ਹੈ। ਇੰਨੇ ਸਾਲ ਹੋ ਗਏ ਅੱਜ ਤੱਕ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਇੱਦਾਂ ਦਾ। ਇੱਕ ਤੇ ਵਿਵਾਦਿਤ ਬਿਆਨ ਉਹ ਬੰਦੇ ਨੂੰ ਕਿਹਾ ਜਾਂਦਾ ਵਾ ਕਿ ਜਿਹੜਾ ਬੰਦਾ ਬਾਰ-ਬਾਰ ਕੋਈ ਕੰਮ ਕਰੇ। ਅੱਜ ਤੱਕ ਉਹਨਾਂ ਦਾ ਕੋਈ ਵੀ ਇਦਾਂ ਦਾ ਬਿਆਨ ਨਹੀਂ ਹੈ। ਤੁਸੀਂ ਉਹਨਾਂ ਦੀ ਕਦੀ ਪ੍ਰੋਫਾਈਲ ਦੇਖ ਲਓ ਜਾਂ ਕੁਝ ਕਹਿ ਲਓ, ਜਿੰਨੇ ਇੰਟਰਵਿਊ ਦੇਖੋ, ਕਦੀ ਵੀ ਅੱਜ ਤੱਕ ਉਹਨਾਂ ਨੇ ਕੋਈ ਇਦਾਂ ਦਾ ਬਿਆਨ ਨਹੀਂ ਦਿੱਤਾ। ਹੁਣ ਰਹੀ ਸਿਕਿਉਰਿਟੀ ਦੀ ਗੱਲ, ਹੁਣ ਆਪਾਂ ਦੇ ਨਾਲ ਰਹੇ ਆ, ਸਾਨੂੰ ਪਤਾ ਵਾ। ਮੈਨੂੰ ਇਹ ਕਹਿਣ ਨੂੰ ਬਿਲਕੁਲ ਕੋਈ ਘਰੇਜ ਨਹੀਂ ਹੋਏਗਾ ਕਿ ਜਿਹੜਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਾ, ਜਿਹੜਾ ਉद्धਵ ਸਾਹਿਬ ਠਾਕਰੇ ਦੇ ਗਰੁੱਪ ਦਾ ਬੰਦਾ ਵਾ, ਉਹ ਬਾਰ-ਬਾਰ ਆਪਣੀ ਸਿਕਿਉਰਿਟੀ ਵਧਾਉਣ ਦੇ ਚੱਕਰਾਂ 'ਚ ਇਦਾਂ ਦੇ ਕੰਮ ਕਰਦਾ ਪਿਆ। ਕਿਉਂ? ਉਹਨੂੰ ਲੱਗਦਾ ਹੋਣਾ ਕਿ ਦੇਖੋ ਆਲਰੇਡੀ ਦੇਖੋ ਜਿਨ੍ਹਾਂ ਨੂੰ ਜਿਹੜੇ ਬੰਦੇ ਕੰਮ ਕਰਦੇ ਆ, ਜਿਹੜਾ ਬੰਦਾ ਹਿੰਦੂਤਵ ਲਈ ਬੋਲਦਾ, ਮਾਰਕੀਟ ਵਿੱਚ ਕੰਮ ਕਰਦਾ ਪਿਆ ਵਾ, ਠੀਕ ਹੈ, ਆਪਣੇ ਧਰਮ ਨੂੰ ਅੱਗੇ ਲੈ ਕੇ ਜਾਂਦਾ ਪਿਆ, ਜਿਹੜੀਆਂ ਮਾੜੀਆਂ ਜਿਹੜੀਆਂ ਸ਼ਕਤੀਆਂ ਵਾ, ਠੀਕ ਹੈ, ਉਹਨਾਂ ਨੂੰ ਥ੍ਰੈਟ ਕਰਨਗੀਆਂ ਹੀ ਕਰਨਗੀਆਂ। ਉਹ ਜਿਹੜੇ ਬੰਦਿਆਂ ਨੂੰ ਜੈਨੂਇਨ ਥ੍ਰੈਟ ਹੈਗੀਆਂ ਵਾ, ਸਰਕਾਰ ਨੇ ਦੇਖਣਾ ਹੈ ਕਿ ਉਹਨੂੰ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ। ਕਿਉਂਕਿ ਆਪਾਂ ਦੇਖੋ ਜਿਸ ਦੇਸ਼ ਵਿੱਚ ਰਹਿੰਦੇ ਆ, ਉਹ ਦੇਸ਼ ਦਾ ਸੰਵਿਧਾਨ ਇਹ ਚੀਜ਼ ਦਾ ਕਹਿੰਦਾ ਕਿ ਸਰਕਾਰਾਂ ਜਿਹੜੀਆਂ ਬਣੀਆਂ ਗਈਆਂ ਉਹ ਹਰ ਜਾਤੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਹੀਂ ਹੁੰਦੀਗੀ। ਇਸ ਕਾਰਨ ਉਹ ਸਿਕਿਉਰਿਟੀ ਉਹਨਾਂ ਨੂੰ ਦਿੰਦੇ ਆ ਕਿ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਜਾਏਗੀ ਤੇ ਇਹਦੇ ਨਾਲ ਜਿਹੜਾ ਖਮਿਆਜਾ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ।
ਬਟ ਅੱਜ ਦੀ ਡੇਟ 'ਚ ਯੋਗਰਾਜ ਸ਼ਰਮਾ ਨੇ ਕਿੰਨਾ ਕੋ ਹਿੰਦੂਤਵ ਲਈ ਕੰਮ ਕੀਤਾ ਵਾ, ਠੀਕ ਹੈ। ਇਹ ਉਹਦੇ ਕੋਲ ਜਾ ਕੇ ਕਦੀ ਪੁੱਛੋ ਕਿ ਹਿੰਦੂਤਵ ਲਈ ਉਹਨੇ ਕਿੰਨਾ ਕੋ ਕੰਮ ਕੀਤਾ ਵਾ, ਜਿਹੜੇ ਕਿ ਉਹ ਬਾਰ-ਬਾਰ ਸਿਕਿਉਰਿਟੀ ਪਰ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਸਾਰਿਆਂ ਨੂੰ ਪ੍ਰੈਸ ਦੇ ਵਿੱਚ ਇੱਕ ਹੱਲਾ ਗੁੱਲਾ ਪ੍ਰੋਪੇਗੈਂਡਾ ਕਰਕੇ ਕਹਿੰਦਾ ਸਾਰਿਆਂ ਨੇ ਸਿਕਿਉਰਿਟੀਆਂ ਵਾਪਸ ਕਰ ਦੇ। ਮੈਂ ਕਹਿੰਦਾ ਅੱਜ ਦੀ ਡੇਟ 'ਚ ਉਹਦੇ ਘਰ ਦੇ ਬਾਹਰ ਜਾਂ ਉਹਦੇ ਕੋਲ ਚਲੇ ਜਾਓ, ਉਹਦੀਆਂ ਸਿਕਿਉਰਿਟੀ ਅੱਜ ਵੀ ਉਹਦੇ ਕੋਲ ਹੀ ਹੋਏਗੀ। ਅਗਰ ਤੁਸੀਂ ਆਪਣੇ ਨੂੰ ਬਾਰ-ਬਾਰ ਦੇਖੋ, ਆਪਾਂ ਵੀ ਕਹਿੰਦੇ ਆ ਕਿ ਦੇਖੋ ਆਪਣੀ ਸਿਕਿਉਰਿਟੀ ਆਪਣੀ ਰੱਖਿਆ ਆਪ ਕਰਨੀ ਚਾਹੀਦੀ ਹੈ, ਪਰ ਜਿਹੜੀ ਦੇਖੋ ਜਿਹੜਾ ਮੂਲ ਸਿਧਾਂਤ ਹੈ ਸਰਕਾਰਾਂ ਦਾ, ਇਹ ਆਪਾਂ ਟੈਕਸ ਦਿੰਦੇ ਆ, ਹਰ ਚੀਜ਼ ਨੂੰ ਕਰਦੇ ਆ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਡੀ ਰੱਖਿਆ ਕਰੇ। ਉਹ ਜ਼ਰੂਰੀ ਨਹੀਂ ਹੈਗਾ ਕੋਈ ਨੇਤਾ ਹੋਏਗਾ, ਅਗਰ ਕੋਈ ਆਮ ਬੰਦਾ ਵੀ ਹੈਗਾ, ਅਗਰ ਉਹਨੂੰ ਕੋਈ ਥ੍ਰੈਟ ਹੈਗੀ ਹੈ ਤੇ ਉਹਨੂੰ ਵੀ ਸਿਕਿਉਰਿਟੀ ਪ੍ਰੋਵਾਈਡ ਹੋਣੀ ਚਾਹੀਦੀ ਹੈ। ਲੇਕਿਨ ਕਿਤੇ ਨਾ ਕਿਤੇ ਜੋਸ਼ੀ ਸਾਹਿਬ ਇਹ ਵੀ ਹੁੰਦਾ ਨਾ ਕਿ ਆਪਾਂ ਕੋਈ ਬਿਆਨਬਾਜ਼ੀ ਕਰਦੇ ਆ। ਹੁਣ ਪਿੱਛੇ ਮੁੱਦਾ ਚੱਲਿਆ ਹੈਗਾ ਹਿੰਦੂ ਨੂੰ ਬਹੁਤ ਖਤਰਾ ਹੈ ਪੰਜਾਬ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕੀ ਖਤਰਾ ਹੈ ਉਹਨਾਂ ਨੂੰ? ਤੁਸੀਂ ਵੀ ਮਤਲਬ ਇਸ ਚੀਜ਼ ਤੇ ਗੌਰ ਕਰੋ ਕਿ ਜਿਵੇਂ ਸ਼ਿਵ ਸੈਨਾ ਇੱਕ ਜ਼ਿਆਦਾ ਆਪਣੇ ਆਪ ਨੂੰ ਕਹਿੰਦੇ ਨੇ ਸਾਨੂੰ ਖਤਰਾ ਹੈ, ਹਿੰਦੂ ਨੂੰ ਖਤਰਾ ਹੈ, ਹਿੰਦੂ ਨੂੰ ਖਤਰਾ ਹੈ, ਇਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ? ਦੇਖੋ ਹਿੰਦੂ ਨੂੰ ਖਤਰਾ, ਬਿਲਕੁਲ ਮੈਂ ਤੁਹਾਨੂੰ ਦੱਸਦਾ ਖਤਰਾ ਕਿਸ ਚੀਜ਼ ਨੂੰ ਕਿਹਾ ਗਿਆ। ਕੋਈ ਬੰਦਾ ਅੱਜ 2-3 ਦਿਨ ਪਹਿਲਾਂ ਦੀ ਗੱਲ ਤੁਹਾਨੂੰ ਦੱਸਦਾ ਕਿ ਜਿਹੜੇ ਸ਼ਰਾਰਤੀ ਅੰਸਰ ਕਹਾਂਗਾ ਮੈਂ, ਹਰ ਉਹ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦਾ ਮੈਂ, ਪਰ ਜਿਹੜੇ ਸ਼ਰਾਰਤੀ ਅੰਸਰ ਹੈ ਖਾਲਿਸਤਾਨ ਦੇ, ਜਿਹੜੇ ਆਤੰਕਵਾਦ ਦੇ ਖਾਲਿਸਤਾਨੀ ਕੁੱਤੇ ਆ, ਉਹ ਬੰਦਿਆਂ ਦੀ ਗੱਲ ਕਰਾਂਗਾ ਕਿ ਉਹ ਬੰਦੇ ਕੀ ਕਰਦੇ ਪਏ ਆ। ਰੋਹਿਤ ਸਾਨੀ ਜੀ ਇਹ ਹਿੰਦੂ ਨੇਤਾ ਵਾ, ਲੁਧਿਆਣੇ ਚ ਰਹਿੰਦੇ ਆ। ਥੋੜੇ ਦਿਨ ਪਹਿਲਾਂ ਉਹਨਾਂ ਦੇ ਆਫਿਸ 2 ਨਿਹੰਗ ਚਲੇ ਗਏ, 2 ਨਿਹੰਗ ਨਹੀਂ ਮਿਲ ਗਏ, 6-7 ਨਿਹੰਗ ਹੈਗੇ ਸੀ, ਉਹ ਚਲੇ ਗਏ ਉਹਨਾਂ ਦੇ ਕੋਲ, ਉੱਥੇ ਜਾ ਕੇ ਲਲਕਾਰੇ ਮਾਰਨ ਲੱਗ ਪਏ ਜੀ। ਦੇਖੋ ਉਹ ਆਪਣੇ ਆਫਿਸ ਬੈਠੇ ਆ, ਤੁਸੀਂ ਕਿਸੇ ਦੇ ਕੋਲ ਹੁਣ ਕੋਈ ਬੰਦਾ ਬਾਹਰ ਆ ਕੇ ਮੈਨੂੰ ਲਲਕਾਰੇ ਮਾਰਨ ਲੱਗ ਪਏਗਾ, ਆਪਾਂ ਕਿਹੜੀ ਵਿਵਸਥਾ ਦੇ ਵਿੱਚ ਰਹਿੰਦੇ ਪਏ ਆ? ਇਹ ਖਤਰਨਾਕ ਨਹੀਂ, ਇਹ ਨਹੀਂ ਉਹ ਨਹੀਂ ਹੈ। ਅੱਜ ਉਹ ਆਫਿਸ ਦੇ ਬਾਹਰ ਆਏ, ਕੱਲ ਨੂੰ ਘਰਾਂ ਦੇ ਬਾਹਰ ਆ ਕੇ ਸਾਡੇ ਘਰਾਂ ਦੇ ਵਿੱਚ ਕੋਈ ਅਟੈਕ ਕਰੇਗਾ, ਇਹ ਚੀਜ਼ਾਂ ਦੇ ਕੋਈ ਬੰਦਾ ਬਰਦਾਸ਼ਤ ਕਰੇਗਾ? ਖਤਰਾ ਇਸ ਚੀਜ਼ ਨੂੰ ਦੱਸਿਆ ਗਿਆ ਕਿ ਜਿਹੜੇ ਮਾੜੇ ਬੰਦੇ ਆ ਉਹ ਉਹਨਾਂ ਦੇ ਕਹੇ ਦੇ, ਉਹਨਾਂ ਦੇ ਜਿਹੜੇ ਬਿਆਨ ਦਿੰਦੇ ਆ, ਉਹ ਜਿਹੜੇ ਬੰਦੇ ਬਿਆਨ ਦਿੰਦੇ ਆ, ਜਿਹੜੀਆਂ ਨਵੀਂ ਜਨਰੇਸ਼ਨ ਹੈਗੀ ਹੈ ਉਹ ਨਹੀਂ ਸੋਚਦੀ ਚੰਗੇ ਮਾੜੀ ਚੀਜ਼ ਨੂੰ, ਉਹ ਦੇਖਦੀ ਹੈ ਕਿ ਜੋ ਸਾਡੇ ਇੱਕ ਆਈਡਲ ਨੇ ਕਹਿਤਾ ਉਹ ਬੰਦੇ ਆਈਡਲ ਮੰਨ ਲੈਂਦੇ ਉਹਨੂੰ, ਜਿਹੜੇ ਆਈਡਲ ਨੇ ਕਹਿਤਾ ਉਹ ਠੀਕ ਹੈ ਭਾਵੇਂ ਉਹ ਮਾੜੀ ਚੀਜ਼ ਹੀ ਹੈ, ਉਹ ਮਾੜੀ ਚੀਜ਼ ਦੇ ਨਾਲ ਉਹ ਇਦਾਂ ਦਾ ਗਲਤ ਸਟੈਪ ਲੈ ਲੈਂਦੇ ਆ, ਠੀਕ ਹੈ, ਜਿਹੜੇ ਕੀ ਖਮਿਆਜਾ ਬਹੁਤ ਜ਼ਿਆਦਾ, ਔਰ ਗਲਤ ਸਟੈਪ ਤੁਹਾਡੇ ਸਾਹਮਣੇ ਹੀ ਹੈ। ਬੰਦਾ ਬਾਰ-ਬਾਰ ਕਹਿੰਦਾ ਪਿਆ ਕਤਲ ਹੋ ਜਾਂਦੇ ਆ, ਛੋਟੀ ਉਮਰਾਂ ਦੇ ਮੁੰਡੇ ਆ ਜਿੰਨੇ ਵੀ ਕਤਲ ਕੀਤੇ ਆ, ਕੋਈ ਵੀ ਬੰਦਾ ਮੇਰੀ 40 ਸਾਲ 45 ਸਾਲ ਦੀ ਉਮਰ ਦਾ ਨਹੀਂ ਹੋਏਗਾ, ਜਿੰਨੇ ਵੀ ਬੰਦੇ ਨੇ ਕਤਲ ਕੀਤੇ ਆ ਤੁਸੀਂ ਦੇਖ ਲਿਓ 20 ਤੋਂ ਲੈ ਕੇ 32 33 ਸਾਲ 35 ਸਾਲ ਮੈਕਸਿਮਮ 35 ਸਾਲ ਹੋਏਗਾ, ਇਸ ਤੋਂ ਜ਼ਿਆਦਾ ਉਮਰ ਦਾ ਨਹੀਂ ਹੁੰਦਾ, ਕਿਉਂਕਿ ਅਗਰੈਸਿਵ ਬਹੁਤ ਹੁੰਦਾ ਵਾ, ਉਹਨਾਂ ਨੂੰ ਚੰਗਾ ਮਾੜਾ ਨਹੀਂ ਪਤਾ ਹੁੰਦਾ, ਉਹ ਸੋਚਦੇ ਨਹੀਂ ਹੈ। ਜਿਹਨੇ ਆਈਡਲ ਨੇ ਕਹਿਤਾ ਉਹਨਾਂ ਨੇ ਉਹ ਕੰਮ ਕਰ ਲਿਆ, ਇਹ ਖਤਰਾ ਹੀ ਹੈ ਉਹ ਚੀਜ਼ ਦਾ। ਹਿੰਦੂ ਸਮਾਜ ਜਿਹੜਾ ਉਦਾਰ ਸਮਾਜ ਹੈ, ਕਦੀ ਵੀ ਉਹ ਪਹਿਲ ਨਹੀਂ ਕਰਦਾ ਕਿਸੇ ਚੀਜ਼ ਦੇ ਵਿੱਚ। ਕਿਸੇ ਨੂੰ ਦੇਖਿਆ ਕੋਈ ਵੀ ਬੰਦਾ ਆਪਣਾ ਹਿੰਦੂ ਧਰਮ ਦਾ, ਮੇਰੇ ਖਿਆਲ ਨਾਲ ਅਗਰ ਮਿਨੋਰਟੀ ਦੇ ਵਿੱਚ ਕਹਿੰਦੇ ਮਿਨੋਰਟੀ ਦੇ ਵਿੱਚ ਹਿੰਦੂ ਦੇ ਕਿੰਨੇ ਬੰਦੇ ਨੇ ਹਥਿਆਰ ਰੱਖੇ ਹੋਏ ਆ? ਕਿਸੇ ਨੇ ਨਹੀਂ, ਬਹੁਤ ਘੱਟ ਗਿਣਤੀ 'ਚ ਹੋਣਗੇ ਜਿਨ੍ਹਾਂ ਨੇ ਹਥਿਆਰ ਰੱਖੇ ਹੋਣਗੇ। ਔਰ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਹਥਿਆਰਾਂ ਦੇ ਨਾਲ ਉਹਨਾਂ ਨੂੰ ਆਏ ਦਿਨ ਪਤਾ ਨਹੀਂ ਗੋਲੀ ਕਦੋਂ ਕਿਤੇ ਮਾਰ ਦੇਣੀ ਹੈ। ਲੜਾਈ ਝਗੜਾ ਹੁੰਦਾ ਕਿ ਆਮਨੇ ਸਾਹਮਣੇ ਦੀ ਫਾਈਟ ਹੋਵੇ, ਉਹ ਚੀਜ਼ ਨੂੰ ਲੜਾਈ ਝਗੜਾ ਕਹਿੰਦੇ ਆ ਕਿ ਲੜਾਈ ਝਗੜਾ ਹੁੰਦਾ ਪਿਆ, ਇਹ ਕੰਮ ਹੋਇਆ, ਉਹ ਇੱਕ ਅਲੱਗ ਚੀਜ਼ ਹੈ। ਕਿਸੇ ਨੂੰ ਪਤਾ ਹੀ ਨਹੀਂ ਹੁੰਦਾ, ਕੋਈ ਬੰਦਾ ਖੜਾ ਆਵੇ ਇਹਨੂੰ ਆ ਕੇ ਗੋਲੀ ਮਾਰ ਦੇਣੀ ਹੈ, ਤੇ ਇਹ ਖਤਰਾ ਹੀ ਹੈ। ਖਤਰਾ ਹੋਰ ਕੀ ਚੀਜ਼ ਹੈ, ਉਹਨੂੰ ਕਿੱਦਾਂ ਆਪਾਂ ਜਸਟੀਫਿਕੇਸ਼ਨ ਕਰਾਂਗੇ? 84 ਦੇ ਦੰਗਿਆਂ ਤੋਂ ਬਾਅਦ ਵੀ ਕਿਤੇ ਨਾ ਕਿਤੇ ਹਿੰਦੂ ਸਮਾਜ ਜਿਹੜਾ ਆ ਪੰਜਾਬ ਦੇ ਵਿੱਚ ਸਿੱਖ ਔਰ ਹਿੰਦੂ ਭਾਈਚਾਰਿਆਂ ਨੂੰ ਬਰਾਬਰ ਬਰਕਰਾਰ ਰੱਖਦੇ ਹੋਏ ਹਾਲੇ ਤੱਕ ਚੱਲ ਰਿਹਾ, ਲੇਕਿਨ ਫਿਰ ਵੀ ਖਤਰਾ ਕਿਉਂ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹਿਣਾ ਪਿਆ ਇੱਕ ਚੀਜ਼ ਦੇ ਵਿੱਚ, ਇੱਕ ਦੇਖੋ ਸੂਰੀ ਸਾਹਿਬ ਨੇ ਬਿਆਨ ਬਾਰ-ਬਾਰ ਦਿਖਾਇਆ ਜਾਂਦਾ, ਉਹ ਕਹਿੰਦੇ 2% ਜਿਹੜਾ ਜੈਨੂਅਲੀ ਜਿਹੜਾ ਹੈਗਾ ਸੀ ਉਹਨਾਂ ਦਾ 2% ਕਹਿਣਾ ਕੀ ਸੀ? ਉਹਨਾਂ ਨੇ 2% ਕਿਹਾ ਕਿ ਸਿੱਖ ਕਮਿਊਨਿਟੀ ਦੀ ਗੱਲ ਨਹੀਂ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਹਿੰਦੂ ਵੀ ਹੋ ਸਕਦਾ ਵਾ, ਕੋਈ ਵੀ ਹੋ ਸਕਦਾ ਵਾ, ਉਹ 2% ਉਹ ਬੰਦੇ ਲੋਕ ਆ ਜਿਨ੍ਹਾਂ ਨੇ ਜਿਹੜੇ ਆਤੰਕਵਾਦ ਫੈਲਾਉਂਦੇ ਆ, ਠੀਕ ਹੈ, ਜਿਹੜੇ ਖਾਲਿਸਤਾਨ ਦੇ ਨਾਮ ਦੇ ਉੱਪਰ ਆਤੰਕ ਮਚਾ ਰਹੇ ਆ ਔਰ ਗਲਤ ਕੰਮ ਕਰਦੇ ਪਏ ਆ, ਗੈਂਗਸਟਰ ਸਿਸਟਮ ਨੂੰ ਬੜਾਵਾ ਦਿੰਦੇ ਪਏ ਆ, ਉਹ 2% ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਮਸਲ ਕੇ ਰੱਖ ਦੋ, ਬਟ ਉਹਨਾਂ ਦਾ ਤੋੜ ਮੋੜ ਕੇ ਬਿਆਨ ਜਿਹੜਾ ਹੈਗਾ ਵਾ 2% ਉਹ ਇੱਕ ਕਮਿਊਨਿਟੀ ਦੇ ਬਾਰੇ ਕਰ ਦਿੱਤਾ ਗਿਆ। ਸੂਰੀ ਸਾਹਿਬ ਨੇ ਇਦਾਂ ਦਾ ਕੁਝ ਨਹੀਂ ਬੋਲਿਆ ਸੀ। ਦੇਖੋ ਜਦੋਂ ਲਾਸਟ ਟਾਈਮ ਵੀ ਉਹਨਾਂ ਦਾ ਕਤਲ ਕੀਤਾ ਜਾਂਦਾ, ਇੱਕ ਮੰਦਿਰ ਦੇ ਬਾਹਰ ਉਹ ਬੈਠੇ ਸੀ, ਧਰਨੇ ਤੇ ਬੈਠੇ ਸੀ, ਉਹ ਕੋਈ ਆਪਣੇ ਲਈ ਕੋਈ ਕੰਮ ਕਰਾਉਣ ਨਹੀਂ ਗਏ ਸੀ ਉੱਥੇ ਦੇਖੋ ਮੰਦਿਰ ਦੇ ਪ੍ਰਧਾਨ ਨੂੰ ਬਾਰ-ਬਾਰ ਉਹਨਾਂ ਨੇ ਇਹ ਚੀਜ਼ ਨੂੰ ਕਿਹਾ ਗਿਆ ਸੀ ਕਿ ਬਾਹਰ ਦੇਖੋ ਮੂਰਤੀਆਂ ਪਈਆਂ ਵਾ,
ਉਹਦੇ ਵਿੱਚ ਹਿੰਦੂ ਜਿਹੜੇ ਦੀਵਾਲੀ ਤੋਂ ਬਾਅਦ ਜਿਹੜੇ ਮੂਰਤੀਆਂ ਪ੍ਰਵਾਹਿਤ ਵਾਸਤੇ ਰੱਖਦੇ ਆ ਉਹਨਾਂ ਨੇ ਬਾਹਰ ਰੱਖ ਦਿੱਤੇ ਸੀ, ਜਦਕਿ ਮੰਦਿਰ ਦੇ ਅੰਦਰ ਹੋਣੀਆਂ ਚਾਹੀਦੀਆਂ। ਜਦੋਂ ਉਹਨਾਂ ਦਾ ਜੋ ਵੀ ਬੰਦਾ ਵਾ ਕਿ ਜਦੋਂ ਉਹਨਾਂ ਨੇ ਪ੍ਰਵਾਨ ਜਾਣਾ ਵਾ, ਜੋ ਵੀ ਕੰਮ ਕਰਨਗੇ ਉਸ ਟਾਈਮ ਤੇ ਉਹਨਾਂ ਨੂੰ ਕਰਨਾ ਚਾਹੀਦਾ ਸੀ। ਫਿਰ ਉਹ ਉਸ ਟਾਈਮ ਤੇ ਜਦੋਂ ਉਹਨਾਂ ਦਾ ਕਤਲ ਹੋਇਆ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸੀ, ਗੁਰੂ ਨਾਨਕ ਦੇਵ ਜੀ ਦੀ ਵੀ ਸੀ, ਤਸਵੀਰਾਂ ਬਾਹਰ ਪਈਆਂ ਹੋਈਆਂ ਸੀ। ਉਹ ਬੇਅਦਬੀ ਦੇ ਕਾਰਨ ਉੱਥੇ ਬੈਠੇ, ਧਰਨੇ ਦੇ ਉੱਪਰ ਬੈਠੇ ਸੀ ਤੇ ਆਪਣਾ ਧਰਮ ਕਰਮ ਦਾ ਕੰਮ ਕਰਦੇ ਕਰਦੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ ਉਸ ਚੀਜ਼ ਦੇ ਵਿੱਚ। ਔਰ ਬਾਰ-ਬਾਰ ਉਹਨਾਂ ਨੂੰ ਗਲਤ ਦਿਖਾਇਆ ਜਾ ਰਿਹਾ, ਕਿਉਂਕਿ ਸੂਰੀ ਸਾਹਿਬ ਦੇ ਜਿਹੜੇ ਬ੍ਰਦਰ ਹੈਗੇ ਆ, ਆਪਾਂ ਪਿੱਛੇ ਉਹਨਾਂ ਦਾ ਇੰਟਰਵਿਊ ਵੀ ਸੁਣਦੇ ਪਏ ਸੀ, ਕਿਉਂਕਿ ਉਹਨਾਂ ਦੇ ਘਰ ਜਿਹੜੇ ਉਹਨਾਂ ਦੇ ਬੇਟੇ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਵਾਈਫ ਹੈ ਉਹ ਸਿੱਖ ਜਿਹੜੀ ਹੈਗੀ ਕਮਿਊਨਿਟੀ ਦੇ ਨਾਲ ਜਿਹੜੇ ਬਿਲੋਂਗ ਕਰਦੇ ਆ। ਔਰ ਜਿਸ ਬੰਦੇ ਦੇ ਜਿਹਦਾ ਲੜਕਾ ਜਿਹੜਾ ਹੈਗਾ ਵਾ, ਜਿਹਦੀ ਨੂੰਹ ਇੱਕ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੀ ਹੋਵੇ, ਉਹ ਕਿੱਦਾਂ ਸਿੱਖ ਧਰਮ ਲਈ ਗਲਤ ਕਰ ਦੇਗਾ ਜੀ? ਦੱਸੋ ਕਿਉਂ ਬੋਲੇਗਾ? ਇਹ ਸਾਰੀ ਮੈਨੂਪਲੇਟ ਜਿਹੜੇ ਸ਼ਰਾਰਤੀ ਬੰਦੇ ਆ, ਸ਼ਰਾਰਤੀ ਤੱਤਵ ਜਿਹੜੇ ਹੈਗੇ ਆ, ਉਹ ਮੈਨੂਪਲੇਸ਼ਨ ਕਰਕੇ ਜਿਹੜਾ ਬਿਆਨ ਨੂੰ ਤਰੋੜ ਮਰੋੜ ਕੇ ਜਿਹੜਾ ਅੱਗੇ ਕਰਦੇ ਆ। ਠੀਕ ਹੈ, ਮੈਂ ਉਹਨਾਂ ਨੂੰ ਸਾਫ਼ ਤੌਰ ਤੇ ਚੇਤਾਵਨੀ ਦੇਣਾ ਚਾਹੁੰਦਾ ਕਿ ਇਦਾਂ ਦੇ ਕੰਮ ਕਰਨੇ ਬੰਦ ਕਰ ਦਿਓ। ਬਹੁਤ ਜਲਦ ਜਿਹੜੇ ਹੈਗੇ ਆ ਵਾ ਸਾਰੇ ਹਿੰਦੂ ਸੰਗਠਨਾਂ ਮਿਲ ਕੇ ਮੀਟਿੰਗ ਕੀਤੀ ਹੈ, ਇੱਕ ਆਈਟੀ ਦਾ ਬਿਲਕੁਲ ਇੱਕ ਆਪਾਂ ਸੈਕਟਰ ਬਣਾ ਰਹੇ ਹਾਂ, ਜਿਹੜਾ ਕਿ ਇਦਾਂ ਦੇ ਜਿਹੜੇ ਬੰਦੇ ਤੋੜ ਮਰੋੜ ਕੇ ਜਿਹੜੇ ਬਿਆਨ ਕਰਦੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਉਹਨਾਂ ਦਾ। ਇੱਕ ਸਵਾਲ ਸਰ ਹੋਰ ਆ ਰਿਹਾ ਸੀਗਾ ਮਨ ਦੇ ਵਿੱਚ ਕਿ ਜਿਵੇਂ ਹਰੀਸ਼ ਸਿੰਗਲਾ ਜੀ, ਹਰਵਿੰਦਰ ਸੋਨੀ ਜੀ ਔਰ ਯੋਗਰਾਜ ਸ਼ਰਮਾ ਜੀ, ਆਪਣੀ ਸ਼ਿਵ ਸੈਨਾ ਕਿੰਨੀਆਂ ਕੁ ਹੈਗੀਆਂ ਪੰਜਾਬ ਦੇ ਵਿੱਚ? ਕਿੰਨੀਆਂ ਸ਼ਿਵ ਸੈਨਾ ਹੋ ਗਈਆਂ ਜਿਹੜੀ ਮਤਭੇਦ ਨਾਲ ਆਪਣੀ ਵੱਖਰੀ ਬਣਾ ਕੇ ਬੈਠ, ਕਿਉਂਕਿ ਸ਼ਿਵ ਸੈਨਾ ਤਾਂ ਆਪਸ ਦੇ ਵਿੱਚ ਇੱਕ ਨਹੀਂ ਹੈਗੇ, ਤੇ ਆਪਾਂ ਪੰਜਾਬ ਨੂੰ ਏਕਾ ਕਿੱਦਾਂ ਕਰ ਸਕਦੇ ਹਾਂ? ਦੇਖੋ, ਸ਼ਿਵ ਸੈਨਾ ਸਾਰੇ ਜਿਹੜੇ ਇੱਕ ਹੀ ਹੈ। ਮੈਂ ਤੁਹਾਨੂੰ ਦੱਸਦਾ ਕਿ ਇੱਕ ਘਰ ਦੇ ਵਿੱਚ ਜਿਹੜੇ ਹੈਗੇ ਆ ਅਲੱਗ-ਅਲੱਗ ਭਰਾ ਰਹਿੰਦੇ ਆ, ਅਲੱਗ ਵਿਚਾਰਧਾਰਾ ਹੁੰਦੀ ਹੈ। ਰਹੀ ਗੱਲ ਬਾਕੀ ਸ਼ਿਵ ਸੈਨਾ ਦੀ ਨਹੀਂ ਮੈਂ ਕਰਦਾ, ਮੈਂ ਤਾਂ ਤੁਸੀਂ ਜਿੱਦਾਂ ਕਿਹਾ ਵਾ ਸੋਨੀ ਸਾਹਿਬ ਜੀ ਦੀ ਗੱਲ ਕੀਤੀ, ਹਰੀਸ਼ ਸਿੰਗਲਾ ਜੀ ਦੀ ਕੀਤੀ ਹੈ ਤੇ ਯੋਗਰਾਜ ਸ਼ਰਮਾ ਦੀ ਕੀਤੀ ਹੈ। ਹਰੀਸ਼ ਸਿੰਗਲਾ ਜੀ ਔਰ ਜਿਹੜੇ ਹਰਵਿੰਦਰ ਸੋਨੀ ਜੀ ਆ ਉਹ ਇੱਕ ਗਰੁੱਪ ਦੇ ਨਾਲ ਕੰਮ ਕਰਦੇ ਆ। ਹੁਣ ਮੈਂ ਜਿੱਦਾਂ ਤੁਹਾਨੂੰ ਯੋਗਰਾਜ ਦੀ ਗੱਲ ਕੀਤੀ, ਯੋਗਰਾਜ ਨੇ ਅੱਜ ਤੱਕ ਹਿੰਦੂ ਧਰਮ ਦਾ ਕੰਮ ਨਾ ਆਪ ਕੀਤਾ ਨਾ ਕਿਸੇ ਨੂੰ ਕਰਨ ਦਿੱਤਾ। ਉਹਨੂੰ ਸਿਰਫ ਇਹ ਚੀਜ਼ ਚਾਹੀਦੀ ਹੈ ਕਿ ਦੇਖੋ, ਅਗਰ ਉਹਨੇ ਪਠਾਨਕੋਟ ਤੋਂ ਇੱਥੇ ਵੀ ਆਣਾ ਵਾ ਨਾ ਜਲੰਧਰ, ਤੇ ਉਹਨੂੰ ਉਹਦੇ ਡੀਜ਼ਲ ਦੇ ਪੈਸੇ ਚਾਹੀਦੇ ਆ। ਠੀਕ ਹੈ, ਹੁਣ ਇਹ ਚੀਜ਼ ਦਾ ਪ੍ਰੂਫ ਹੈ ਜਾਂ ਕੁਝ ਵੀ ਹੈ, ਮੈਂ ਜਿੱਦਾਂ ਜਿੱਦਾਂ ਬੈਠਾ ਇੱਥੇ, ਜਦੋਂ ਮਰਜ਼ੀ ਮੇਰੇ ਸਾਹਮਣੇ ਬਹਿ ਕੇ ਗੱਲ ਕਰ ਲਵੇ, ਮੈਂ ਉਦੋਂ ਉਹਨੂੰ ਜਵਾਬ ਦੇ ਦਾਂਗਾ। ਬਟ ਦੇਖੋ, ਜਿਹੜੀ ਗਰੁੱਪਿਜ਼ਮ ਜਿਹੜੀ ਹੈਗੀ, ਗਰੁੱਪਿਜ਼ਮ ਇਹ ਜੀ ਹੈ। ਸਿੰਗਲਾ ਜੀ ਨੇ ਇੱਕ ਹਿੰਦੂ ਧਰਮ ਲਈ ਦੇਖੋ ਖਾਲਿਸਤਾਨ ਮੁਰਦਾਬਾਦ ਮਾਰਚ ਵੀ ਕੱਢਿਆ ਸੀ। ਅਗਰ ਆਪਣੇ ਸਮਾਜ ਲਈ ਆਪਾਂ ਆਤੰਕਵਾਦ ਨੂੰ ਅਗਰ ਜਵਾਬ ਨਹੀਂ ਦੇ ਸਕਦੇ, ਤੇ ਫਿਰ ਸ਼ਿਵ ਸੈਨਾ ਦੀ ਕੀ ਲੋੜ ਹੈ? ਫਿਰ ਹਿੰਦੂ ਧਰਮ ਦੀ ਕਾਹਦੀ ਲੋੜ ਹੈ? ਅਗਰ ਹਿੰਦੂ ਧਰਮ ਦੀ ਗੱਲ ਹੀ ਨਹੀਂ ਕਰਨੀ ਕਿਸੇ ਬੰਦੇ ਨੇ, ਉਹਨੂੰ ਜਦੋਂ ਕੋਈ ਬੰਦਾ ਗੱਲ ਕਰਦਾ ਤੇ ਉਹਨੂੰ ਕਹਿੰਦੇ ਜੀ ਇਹ ਤੇ ਸਮਾਜ ਦੇ ਵਿਰੁੱਧ ਗੱਲ ਕਰਦਾ ਪਿਆ, ਆਤੰਕਵਾਦ ਦੇ ਖਿਲਾਫ ਗੱਲ ਕਰਦੇ ਪਏ ਨਾ। ਕੋਈ ਇਹ ਤੇ ਨਹੀਂ ਹੈਗਾ ਕਿਸੇ ਬਾਰੇ ਗੱਲ, ਕੋਈ ਕਮਿਊਨਿਟੀ ਬਾਰੇ ਗੱਲ ਕਰਦੇ ਪਏ। ਆਤੰਕਵਾਦ ਦੇ ਉੱਪਰ ਗੱਲ ਤੇ ਕਰਨੀ ਹੈ, ਉਹ ਆਪਾਂ ਵੀ ਕਰਨੀ ਹੈ, ਸਿੰਗਲਾ ਜੀ ਨੇ ਵੀ ਕਰਨੀ ਹੈ, ਸੋਨੀ ਜੀ ਨੇ ਵੀ ਕਰਨੀ, ਪਰ ਯੋਗਰਾਜ ਸ਼ਰਮਾ ਨੇ ਨਹੀਂ ਕਰਨੀ। ਸ਼ਿਵ ਸੈਨਾ ਹੈਗੀ, ਸ਼ਿਵ ਸੈਨਾ ਮਤਲਬ ਜਿਵੇਂ ਕਿ ਆਪਾਂ ਸੁਣਦੇ ਆ ਰਹੇ ਹਾਂ, ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ, ਸ਼ਿਵ ਸੈਨਾ ਸਮਾਜਵਾਦੀ, ਸ਼ਿਵ ਸੈਨਾ ਹਿੰਦ ਔਰ ਇਹਦੇ ਇਲਾਵਾ ਇੱਕ ਹੋਰ ਮੈਂ ਸੁਣੀ ਸੀਗੀ ਸ਼ਿਵ ਸੈਨਾ ਭਾਰਤਵੰਸ਼ੀ, ਜਿੱਥੇ ਆਪਣੇ ਮਨੋਜ ਹੀਰਾ ਜੀ ਦਾ ਜਿਹੜਾ ਇੰਟਰਵਿਊ ਦੇ ਵਿੱਚ ਉਹਨਾਂ ਦੇ ਉੱਤੇ ਪਰਚਾ ਹੋ ਗਿਆ ਸੀਗਾ। ਇਹ ਜਿੰਨੀ ਸ਼ਿਵ ਸੈਨਾ ਹੈ ਆਪਣੀ ਵੱਖਰੀ ਜਿੱਦਾਂ ਭਾਰਤਵੰਸ਼ੀ ਹੋ ਗਈ, ਸਮਾਜ ਇੱਕੋ ਪਲੇਟਫਾਰਮ ਕਿਉਂ ਨਹੀਂ ਹੈਗਾ? ਦੇਖੋ, ਇੱਕ ਪਲੇਟਫਾਰਮ ਬਿਲਕੁਲ ਹੈਗਾ ਜੀ। ਦੇਖੋ, ਮੈਂ ਤੁਹਾਨੂੰ ਜਿੱਦਾਂ ਗੱਲ ਕੀਤੀ, ਵਿਚਾਰਾਂ ਦੀ ਗੱਲ ਹੁੰਦੀ ਹੈ ਕਿ ਐਕਚੁਅਲੀ ਕੀ ਹੈਗੀ, ਜਿਹੜਾ ਵਿਚਾਰ ਹੈ ਨਾ, ਕਈ ਵਾਰ ਕਿਸੇ ਦੇ ਨਾਲ ਨਹੀਂ ਮਿਲਦੇ। ਕਈ ਵਾਰੀ ਵਿਚਾਰ ਮੈਨੂੰ ਤੁਹਾਡੇ ਨਾਲ ਵੀ ਨਹੀਂ ਮਿਲਦਾ ਹੋਏਗਾ, ਕਿਸੇ ਹੋਰ ਨਾਲ ਨਹੀਂ ਮਿਲਦਾ ਹੋਏਗਾ। ਹੁਣ ਤੁਸੀਂ ਕਹਿੰਦੇ ਹੋ ਇਕੱਠੇ, ਜਦੋਂ ਵੀ ਕਿਸੇ ਨੂੰ ਆਪਤਾ ਜਾਂ ਕੋਈ ਵੀ ਹਿੰਦੂ ਧਰਮ ਦਾ ਕੰਮ ਕਰਨਾ ਹੁੰਦਾ, ਉਹ ਸਾਰੇ ਬੰਦੇ ਇਕੱਠੇ ਹੋ ਕੇ ਹੀ ਕੰਮ ਕਰਦੇ, ਚਾਹੇ ਕੋਈ ਵੀ ਸ਼ਿਵ ਸੈਨਾ ਹੈਗੀ, ਇਦਾਂ ਦੀ ਗੱਲ ਨਹੀਂ। ਲੇਕਿਨ ਸਾਰੇ ਭਰਾ ਕਰਦੇ ਤੇ ਕਈ ਚੀਜ਼ਾਂ ਜੋਸ਼ੀ ਸਾਹਿਬ, ਕਈ ਚੀਜ਼ਾਂ ਇਦਾਂ ਹੀ ਦੇਖਣ ਨੂੰ ਵੀ ਮਿਲੀਆਂ ਕਿ ਜਦੋਂ ਸੂਰੀ ਸਾਹਿਬ ਨੇ ਮਤਲਬ ਜਦੋਂ ਉਹਨਾਂ ਦਾ ਦੇਹਾਂਤ ਹੋਇਆ, ਉਸ ਤੋਂ ਬਾਅਦ ਜਦੋਂ ਹਿੰਦੂ ਸੰਗਠਨਾਂ ਨੇ ਜਾਂ ਸ਼ਿਵ ਸੈਨਾ ਨੇ ਇੱਕ ਬੰਦ ਦੀ ਕਾਲ ਦਿੱਤੀ ਗਈ ਸੀ, ਲੇਕਿਨ ਸਾਨੂੰ ਅੰਮ੍ਰਿਤਸਰ ਤੋਂ ਇਲਾਵਾ ਹੋਰ ਕਿਸੇ ਵੀ ਪਾਸੇ ਇਦਾਂ ਦਾ ਮਾਹੌਲ ਦੇਖਣ ਨੂੰ ਨਹੀਂ ਮਿਲਿਆ। ਦੇਖੋ, ਮੈਂ ਤੁਹਾਨੂੰ ਦੱਸਦਾ, ਉੱਥੇ ਤਾਂ ਮੈਂ ਤੁਹਾਨੂੰ ਸਮਝਾ ਦਿੰਦਾ ਮੈਂ ਬੰਦ ਦੀ ਕਾਲ ਦੇ ਵਿੱਚ ਕੀ ਸੀ। ਮੈਂ ਸੇਮ ਤੁਹਾਨੂੰ ਜਿੱਦਾਂ ਤੁਸੀਂ ਗੱਲ ਕਰਦੇ ਹੋ ਨਾ, ਜਦੋਂ ਕਿਸੇ ਘਰ ਦਾ ਕੋਈ ਜੀ ਚਲੇ ਜਾਂਦਾ ਨਾ, ਉਸ ਟਾਈਮ ਤੇ ਉਹਦੇ ਜਜ਼ਬਾਤ ਬਹੁਤ ਜ਼ਿਆਦਾ ਹਾਇਰ ਹੋ ਜਾਂਦੇ, ਕਿਉਂਕਿ ਉਹ ਜਿਹੜੇ ਬੰਦੇ ਉਹਨਾਂ ਦੇ ਨਾਲ ਖੜੇ ਸੀ, ਬੈਠੇ ਸੀ, ਗੱਲਬਾਤ ਕਰਦੇ ਪਏ ਸੀ, ਉਹਨਾਂ ਦੇ ਸਾਹਮਣੇ ਕਿਸੇ ਨੂੰ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਵੇ। ਔਰ ਅੱਜ ਹਲੇ 5 ਮਿੰਟ ਪਹਿਲਾਂ ਉਹ ਸਾਡੇ ਨਾਲ ਗੱਲ ਕਰਦੇ ਪਏ ਸੀ ਤੇ ਉਸ ਤੋਂ ਬਾਅਦ ਉਹ ਬੰਦਾ ਡੈਥ ਹੋ ਜਾਂਦਾ ਵਾ, ਤੇ ਉਹ ਜਜ਼ਬਾਤ ਬੜੇ ਹਾਇਰ ਹੋ ਜਾਂਦੇ ਸੀ, ਤੇ ਉਹ ਜਜ਼ਬਾਤ ਦੇ ਨਾਲ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਸੀ। ਬਟ ਉਹਦਾ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸ ਦਿੰਦਾ। ਉਸ ਦਿਨ ਸਾਰੇ ਪੰਜਾਬ ਦੇ ਜਿੰਨੇ ਵੀ ਹਿੰਦੂ ਲੀਡਰ ਸੀ ਉਹ ਬਾਹਰ ਜਾ ਰਹੇ ਸੀ, ਸਾਰੇ ਅੰਮ੍ਰਿਤਸਰ ਜਾ ਰਹੇ ਸੀ। ਠੀਕ ਹੈ, ਔਰ ਸੈਕਿੰਡ ਜਲੰਧਰ ਦੀ ਗੱਲ ਤੁਹਾਨੂੰ ਕਰ ਦਈਏ ਤੇ ਜਲੰਧਰ ਦੇ ਵਿੱਚ ਵੀ ਦੇਖੋ ਨਗਰ ਕੀਰਤਨ ਸੀ ਉਸ ਦਿਨ। ਨਗਰ ਕੀਰਤਨ ਨੂੰ ਦੇਖਦੇ ਹੋਏ ਇਹ ਬੰਦ ਦੀ ਕਾਲ ਜਿਹੜੀ ਹੈਗੀ ਸੀ, ਉਹਨਾਂ ਨੂੰ ਕਿਹਾ ਗਿਆ ਸੀ ਕਿ ਜਿਹੜੇ ਬੰਦੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਆ
ਉਹ ਉਹਨੂੰ ਆਪਣੀ ਬੰਦ ਕਰ ਸਕਦੇ ਆ ਸ਼ਾਪ, ਅਗਰ ਨਹੀਂ ਦੇਣਾ ਚਾਹੁੰਦੇ ਤੇ ਉਹ ਨਹੀਂ ਕਰ ਸਕਦੇ, ਇਦਾਂ ਦੀ ਕੋਈ ਗੱਲ ਨਹੀਂ ਹੈ। ਤੇ ਸੇਮ ਚੀਜ਼ ਇਦਾਂ ਹੀ ਰਹੀ ਹੈ ਸ਼ਰਧਾਂਜਲੀ, ਇਹ ਕੋਈ ਬੰਦ ਦੀ ਕੋਲ ਉਹ ਨਹੀਂ ਸੀ ਦਿੱਤਾ ਗਿਆ ਸੀ ਪਾਰਟਿਕੂਲਰ ਬੰਦ ਹੈ ਕਿ ਸ਼ਰਧਾਂਜਲੀ ਸੀ ਜਿਹੜੀ ਦੇਣਾ ਸੀ, ਉਹਨਾਂ ਨੇ ਕਿਹਾ ਕਿ ਉਹ ਸ਼ਰਧਾਂਜਲੀ ਦੇਣ ਦੇ ਕਾਰਨ ਹੀ ਉਹਨਾਂ ਨੂੰ ਕਈਆਂ ਨੇ ਬੰਦ ਕੀਤੇ, ਕਈਆਂ ਨੇ ਨਹੀਂ ਕੀਤਾ, ਬਸ ਇਹ ਚੀਜ਼ ਦੀ ਬੰਦ ਦੀ ਕੋਲ ਸੀ। ਇਹ ਨਹੀਂ ਸੀ ਕਿ ਉਹਨਾਂ ਨੇ ਕੋਈ ਹੱਲਾ ਗੁੱਲਾ ਕਰਕੇ ਸਾਰਿਆਂ ਦੀਆਂ ਦੁਕਾਨਾਂ ਬੰਦ ਕਰਾਉਣੀਆਂ ਸੀ ਜਾਂ ਕੋਈ ਇਦਾਂ ਦਾ ਕੋਈ ਚੀਜ਼ ਨਹੀਂ ਸੀ। ਅੱਛਾ ਸਰ, ਇੱਕ ਚੀਜ਼ ਹੋਰ ਸੀ ਕਿ ਜਿਵੇਂ ਤੁਹਾਡੇ ਸ਼ਿਵ ਸੈਨਿਕ ਦੇ ਜਿੰਨੇ ਵੀ ਇੰਟਰਵਿਊਜ਼ ਇਸ ਟਾਈਮ ਚੱਲ ਰਹੇ ਨੇ ਫੇਸਬੁੱਕ, YouTube, ਟਵਿੱਟਰ, ਉਹਦੇ ਵਿੱਚ ਜਿਹੜੀ ਸ਼ਿਵ ਸੈਨਾ ਜਿਹੜੀ ਆਪਣਾ ਬਿਆਨ ਦਿੰਦੀ ਹੈ ਉਹ ਕਿਤੇ ਕਿਤੇ ਭੜਕਾਊ ਭਾਸ਼ਣ ਦਿੰਦੀ ਹੈ, ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕਿ ਉਹ ਸਹੀ ਹੈ ਕਿ ਗਲਤ ਹੈ? ਦੇਖੋ ਜੀ, ਭੜਕਾਊ ਭਾਸ਼ਣ ਦੇ ਵਿੱਚ ਮੈਂ ਤੁਹਾਨੂੰ ਕਹਿ ਦਿੰਦਾ, ਸਭ ਤੋਂ ਪਹਿਲਾਂ ਮੇਰੇ ਖਿਆਲ ਨਾਲ ਇਹ ਸਭ ਤੋਂ ਵੱਡਾ ਰੋਲ ਜਿਹੜਾ ਹੈਗਾ ਇੱਕ ਪ੍ਰੈਸ ਦਾ ਹੀ ਹੈ, ਪੱਤਰਕਾਰਾਂ ਭਰਾਵਾਂ ਦਾ ਵਾ, ਕਿਉਂਕਿ ਪੱਤਰਕਾਰ ਭਰਾਵਾਂ ਦੇਖੋ ਪ੍ਰੈਸ ਨੂੰ ਚੌਥਾ ਸਤੰਭ ਕਿਹਾ ਗਿਆ ਜਾਂਦਾ ਵਾ। ਚੌਥਾ ਸਤੰਭ ਇਸ ਕਾਰਨ ਕਿਹਾ ਜਾਂਦਾ ਵਾ ਕਿ ਉਹ ਜਿਹੜੀ ਚੰਗੀ ਮਾੜੀ ਆਵਾਜ਼ ਹੈ ਜਿਹੜੀ ਦੁਨੀਆ ਦੇ ਕੋਲ ਲੈ ਕੇ ਜਾਂਦੀ ਹੈ, ਔਰ ਜਿਹੜੀ ਚੰਗਾ ਇੱਕ ਮੈਸੇਜ ਦੇਣਾ, ਜੋੜਨਾ ਔਰ ਤੋੜਨਾ, ਇਹ ਸਭ ਪ੍ਰੈਸ ਦੇ ਉੱਪਰ ਹੈ। ਤੇ ਤੁਸੀਂ ਦੇਖੋਗੇ ਆਜ ਦੇ ਨਾ ਜਿਹੜੇ ਵੀ ਪੋਰਟਲ ਜਾਂ ਕੁਝ ਵੀ ਇਦਾਂ ਦੇ ਬੰਦੇ ਜਿਹੜੇ ਸ਼ਰਾਰਤੀ ਬੰਦੇ ਆ, ਇਹ ਆਪਣੇ ਵਿਊ ਵਧਾਉਣ ਵਾਸਤੇ ਇਦਾਂ ਦੀਆਂ ਗਲਤ ਜਿਹੜੇ ਕੁਐਸਚਨ ਆਨਸਰ ਕਰਦੇ ਆ, ਜਿਹਦੇ ਨਾਲ ਕੀ ਹੈ ਕਿ ਬੰਦਾ ਅਗਰੈਸਿਵ ਹੁੰਦਾ ਹੈ, ਅਗਰੈਸਿਵ ਹੋ ਕੇ ਕੋਈ ਇਦਾਂ ਦੀ ਗੱਲ ਕਹਿ ਦਿੰਦਾ ਵਾ ਜਿਹੜਾ ਕਿ ਜਿਹੜੀ ਅਖੰਡਤਾ ਨੂੰ ਜਿਹੜਾ ਹੈਗਾ ਤਾਰ ਜਿਹੜੀ ਚੀਜ਼ਾਂ ਹੁੰਦੀਆਂ ਹਨ। ਔਰ ਮੈਂ ਤੁਹਾਡੇ ਮਾਧਿਅਮ ਨਾਲ ਉਹ ਬੰਦਿਆਂ ਦੇ ਜਿਹੜੇ ਸ਼ਰਾਰਤੀ ਬੰਦੇ ਆ ਜਿਹੜੇ ਇਦਾਂ ਦੀਆਂ ਇੰਟਰਵਿਊ ਕਰਦੇ ਆ, ਮੈਂ ਉਹਨਾਂ ਨੂੰ ਸਾਫ਼ ਤੌਰ ਤੇ ਚੇਤਾਵਨੀ ਦੇਣਾ ਚਾਹੁੰਦਾ ਕਿ ਆਪਣੇ ਆਪ ਨੂੰ ਬਾਜ਼ ਆ ਜਾਓ, ਕਿਉਂਕਿ ਦੇਖੋ ਇਹ ਕਿਤੇ ਵੀ ਬੈਠੇ ਆ, ਕੋਈ ਸਾਡੇ ਹੱਥੇ ਕਿਸੇ ਤੇ ਚੜ ਗਿਆ ਤੇ ਆਪਾਂ ਤੇ ਨਹੀਂ ਬਖਸ਼ਾਂਗੇ ਉਹਨੂੰ ਬੰਦੇ ਨੂੰ, ਕਿ ਅਗਰ ਉਹ ਗਲਤ ਕੋਈ ਬਿਆਨਬਾਜ਼ੀ ਕਰਦਾ ਵਾ ਜਾਂ ਗਲਤ ਇਦਾਂ ਦੇ ਮੈਸੇਜ ਦਿੰਦਾ ਵਾ ਜਿਹੜਾ ਕਿ ਅਖੰਡਤਾ ਨੂੰ ਖਰਾਬ ਕਰਦਾ ਪਿਆ, ਤੇ ਉਹਨੂੰ ਬਿਲਕੁਲ ਬਰਦਾਸ਼ਤ ਕੀਤਾ ਨਹੀਂ ਜਾਏਗਾ। ਔਰ ਆਪਣਾ ਉਹ ਵਿਚਾਰ ਕਰਕੇ ਆਵੇ ਸਾਡੇ ਕੋਲੋਂ, ਅਗਰ ਇਦਾਂ ਦਾ ਕੋਈ ਇੰਟਰਵਿਊ ਹੈ। ਇਹ ਇੰਟਰਵਿਊ ਸਿਰਫ ਹਿੰਦੂ ਨੇਤਾਵਾਂ ਦਾ ਕਿਉਂ ਲੈਂਦੇ? ਇਹ ਜਾਵੇ ਅੰਮ੍ਰਿਤਪਾਲ ਕੋਲੋਂ ਜਾ ਕੇ ਇਦਾਂ ਦੇ ਕੁਐਸਚਨ ਕਰੇ, ਮੈਂ ਮੰਨ ਜਾਵਾਂਗਾ। ਅੱਜ ਤੱਕ ਇਦਾਂ ਦਾ ਕੋਈ ਇੰਟਰਵਿਊ ਕੀਤਾ ਉਹਨਾਂ ਨੇ? ਉੱਥੇ ਆ ਕੇ ਤੇ ਭਾਈ ਸਾਹਿਬ ਹੁੰਦਾ ਵਾ, ਤੇ ਇੱਥੇ ਆ ਕੇ ਤੂੰ ਧੜਾਕਾ ਨਾਲ ਗੱਲਾਂ ਕਰਦੇ ਆ। ਇਹਨਾਂ ਨੂੰ ਚੰਗੀਆਂ ਹੈਗੀਆਂ ਆਪਣੀ ਸਿਰਫ ਇੱਕ ਦੇਖੋ ਉੱਥੋਂ ਤੋਂ ਵਿਊ ਮਿਲਦੇ ਨਹੀਂ, ਸਿਰਫ ਇੱਥੋਂ ਵਿਊ ਲੈਣ ਵਾਸਤੇ ਇਦਾਂ ਦੇ ਹਾਊ ਕਰਕੇ ਜਿਹੜੀਆਂ ਗੱਲਾਂ ਕਰਦੇ ਆ, ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਇਹ ਚੀਜ਼ਾਂ ਦੇ ਵਿੱਚ। ਜਿਵੇਂ ਕਿ ਪੰਜਾਬ ਇੱਕ ਬਹੁਤ ਵੱਡਾ ਸ਼ਬਦ ਹੈ, ਪੰਜਾਬ 5 ਦਰਿਆਵਾਂ ਨੂੰ ਜੋੜਦਾ ਹੈ ਪੰਜਾਬ, ਤੇ ਪੰਜਾਬ ਤਾਂ ਆਲਰੇਡੀ ਜੋੜਨਾ ਸਿਖਾਉਂਦਾ ਹੈ, ਤੇ ਤੁਸੀਂ ਹਿੰਦੂ ਔਰ ਸਿੱਖ ਭਾਈਚਾਰੇ ਨੂੰ ਕਿਵੇਂ ਦੇਖਦੇ ਹੋ? ਕੀ ਮੈਸੇਜ ਦੇਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਨਾਲ? ਦੇਖੋ, ਮੈਂ ਸਾਰੇ ਪੰਜਾਬ ਦੇ ਔਰ ਮੈਂ ਪੰਜਾਬ ਤੋਂ ਦੇਸ਼ ਦੇ ਹੀ ਸਾਰੇ ਬੰਦਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ, ਔਰ ਹਿੰਦੂ ਸਿੱਖ ਔਰ ਬਾਕੀ ਕਮਿਊਨਿਟੀਆਂ ਨੂੰ ਵੀ ਦੇਣਾ ਚਾਹੁੰਦਾ ਕਿ ਆਪਾਂ ਰਲ ਮਿਲ ਕੇ ਪਹਿਲਾਂ ਵੀ ਰਹਿੰਦੇ ਰਹੇ ਹਾਂ, ਹੁਣ ਵੀ ਰਹਿ ਰਹੇ ਹਾਂ। ਕੁਝ ਬੰਦੇ ਜਿਹੜੇ ਆਣਗੇ ਆ ਕੇ ਕੋਈ ਅਖੰਡਤਾ ਦੀ ਗੱਲ ਕਰਨਗੇ, ਕਿਸੇ ਧਰਮ ਬਾਰੇ ਗੱਲ ਕਰਦੇ ਆ, ਆਪਾਂ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਵਾ। ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਮਿਲ ਜੁਲ ਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਜਿਹੜਾ ਵੀ ਦੇਖੋ ਇਕੱਲੇ ਆਪਾਂ ਨਹੀਂ ਰਹਿੰਦੇ, ਬੱਚੇ ਰਹਿੰਦੇ ਆ, ਬਜ਼ੁਰਗ ਰਹਿੰਦੇ ਆ, ਸਾਡੇ ਇੱਥੇ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਵਾ, ਜਿੱਦਾਂ ਕਿ ਆਪਾਂ ਪਹਿਲਾਂ ਵੀ ਰਹਿੰਦੇ ਰਹੇ ਆ। ਹੁਣ ਇਹ ਮਾਹੌਲ ਜਿਹੜਾ ਹੈਗਾ ਜਿਸ ਹਿਸਾਬ ਨਾਲ ਗਰਮ ਹੁੰਦਾ ਪਿਆ, ਅਗਰ ਆਪਾਂ ਹੁਣੇ ਤੇ ਨਕੇਲ ਨਹੀਂ ਪਾਈ ਤੇ ਬਾਅਦ ਚੋਂ ਇਹ ਸਾਡੇ ਹੱਥੋਂ ਬਾਹਰ ਨਿਕਲ ਜਾਏਗਾ। ਫਿਰ ਦੇਖੋ ਕਿਹੜਾ ਹਿੰਦੂ, ਕਿਹੜਾ ਸਿੱਖ, ਕਿਹੜਾ ਈਸਾਈ ਹੋ, ਕਿਹੜਾ ਮੁਸਲਮਾਨ, ਫਿਰ ਇਹੀ ਚੀਜ਼ਾਂ, ਕਿਉਂਕਿ ਧਰਮ ਦਾ ਜਿਹੜਾ ਕਾਰਡ ਹੈਗਾ ਵਾ ਉਹ ਹਮੇਸ਼ਾ ਖੇਡਿਆ ਜਾਂਦਾ ਵਾ, ਹੁਣ ਵੀ ਉਹ ਖੇਡਿਆ ਜਾਏਗਾ। ਫਿਰ ਉਹ ਕਿਸੇ ਦੇ ਹੱਥ ਜਿਹੜੀ ਹੈਗੀ ਹੈ ਜਿਹੜੀ ਡੋਰ ਹੈ ਉਹ ਨਿਕਲ ਜਾਏਗੀ, ਫਿਰ ਕੋਈ ਵੀ ਬੰਦਾ ਇਸ ਨੂੰ ਨਹੀਂ ਦੁਬਾਰਾ ਉਹ ਚੀਜ਼ ਦੇ ਵਿੱਚ ਲੈ ਜਾਏਗਾ। ਦੇਖੋ ਪੰਜਾਬ ਪਹਿਲਾਂ ਹੀ ਬੜਾ ਪਿੱਛੇ ਹੈ, ਕੋਈ ਵੀ ਇੰਡਸਟਰੀ ਦੇ ਕੋਈ ਵੀ ਬੰਦਾ, ਮੈਂ ਕਾਫੀ ਇੰਟਰਵਿਊ ਸੁਣਦਾ ਵਾ, ਕੋਈ ਵੀ ਬੰਦਾ ਇੱਥੇ ਇਨਵੈਸਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਤੁਸੀਂ ਬਾਹਰਲੇ ਆਪਣੇ ਨਾਲ ਦੇ ਜਿਹੜੇ ਪੜੋਸੀ ਰਾਜ ਹੈ ਉਹਨਾਂ ਨੂੰ ਦੇਖੋ, ਸਟੇਟ ਦੇਖੋ ਕਿ ਉਹ ਕਿੱਥੇ ਤੱਕ ਪਹੁੰਚ ਗਏ। ਗੁੜਗਾਉਂ ਹਰਿਆਣਾ ਦੇ ਵਿੱਚ ਪੈਂਦਾ, ਕਿੱਥੇ ਤੱਕ ਅੱਜ ਪਹੁੰਚ ਗਿਆ ਵਾ, ਬੈਂਗਲੌਰ ਕਿੱਥੇ ਤੱਕ ਪਹੁੰਚ ਗਿਆ, J&K ਕਿੱਥੇ ਚਲਾ ਗਿਆ, ਹਿਮਾਚਲ ਕਿੱਥੇ ਚਲਾ ਗਿਆ। ਆਪਣੀ ਸਰਕਾਰਾਂ ਉਹਦੇ ਸਬਸਿਡੀਆਂ ਮਿਲਦੀਆਂ, ਰੋਜ਼ਗਾਰ ਲਾਉਣ ਲਈ ਕਰਦੇ ਨੇ। ਇੱਥੇ ਦੇ ਸਬਸਿਡੀ ਦਾ ਕਿਸੇ ਨੂੰ ABC ਵੀ ਨਹੀਂ ਪਤਾ, ਸਰਕਾਰਾਂ ਨੂੰ ABC ਨਹੀਂ ਪਤਾ। ਉਹ ਜਦੋਂ ਇਦਾਂ ਦੇ ਵਿਟਨ ਤੋਂ ਬਾਹਰ ਨਿਕਲਣਗੇ, ਇਹਨਾਂ ਨੂੰ ਖਾਲਿਸਤਾਨ ਦੀ ਗੱਲਾਂ ਕਰੀ ਜਾਂਦੇ ਪਏ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਪੰਜਾਬ ਦੇ ਆਲਰੇਡੀ ਉਹਦੇ ਵਿੱਚ ਜਿਹੜੇ ਰਹਿ ਰਹੇ ਆ, ਉਹ ਆਪਣਾ ਬਿਜ਼ਨਸ ਸੈੱਟ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਦੁਕਾਨ ਤੇ ਜਾਂਦੇ ਆ, ਉਹ ਆਪਣਾ ਬਿਜ਼ਨਸ ਸੈੱਟ ਕਰਨ ਲਈ ਕਿੰਨੇ ਤਾਮ-ਜਾਮ ਕਰਦਾ ਵਾ। ਤੇ ਇਹ ਮੈਸੇਜ ਜਿਹੜਾ ਹੈਗਾ ਵਾ ਸਾਰਿਆਂ ਨੂੰ ਇਹੀ ਚੀਜ਼ ਦਾ ਵਾ ਕਿ ਆਪਾਂ ਜਿਹੜੀ ਹੈਗੀ ਹੈ ਇਕੱਠ ਜਿਹੜੀ ਹੈਗੀ ਬਣਾ ਕੇ ਰੱਖੀਏ। ਏਕਤਾ ਵਿੱਚ ਹੀ ਬਲ ਹੈ ਹਰ ਚੀਜ਼ ਦੇ ਵਿੱਚ, ਨਹੀਂ ਤੇ ਬਾਹਰਲੀਆਂ ਸ਼ਕਤੀਆਂ ਜਿੱਦਾਂ ਤੋੜਨ ਦਾ ਕੰਮ ਕਰਦੀਆਂ ਪਈਆਂ, ਉਹਦੇ ਵਿੱਚ ਜਦੋਂ ਅਗਰ ਉਹ ਕਾਮਯਾਬ ਹੋ ਗਈਆਂ, ਕੁਛ ਹੱਦ ਤੱਕ ਉਹ ਹੋਈਆਂ ਵੀ ਹੈ, ਕਿਉਂਕਿ ਸਾਰੇ ਬੰਦੇ ਅਲੱਗ-ਅਲੱਗ ਆਪਣਾ ਸਿਸਟਮ ਚਲਾਉਂਦੇ ਪਏ ਆ, ਤੇ ਸਾਨੂੰ ਆਪਣਾ ਅਲੱਗ ਸਿਸਟਮ ਨਹੀਂ, ਇਕੱਠਾ ਇੱਕ ਜਿਹੜਾ ਮੈਸੇਜ ਦੇਣਾ ਚਾਹੀਦਾ ਵਾ ਕਿ ਆਪਾਂ ਸਾਰੇ ਇਕੱਠੇ ਆ। ਔਰ ਇਦਾਂ ਦੇ ਜਿਹੜੇ ਵੀ ਬੰਦੇ ਸੌਦਾ ਲਾਉਣ ਦੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੋੜਦੀਆਂ, ਸਾਡੇ ਅਖੰਡਤਾ ਨੂੰ ਤੋੜਦੀਆਂ ਵਾ, ਤੇ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ
ਉਹਨਾਂ ਨੂੰ ਸੁੱਟਣਾ ਚਾਹੀਦਾ ਵਾ ਤਾਂ ਕਿ ਆਪਾਂ ਸਾਰੇ ਖੁਸ਼ਹਾਲ ਜਿਹੜੀ ਜ਼ਿੰਦਗੀ ਹੈਗੀ ਬਤੀਤ ਕਰੀਏ। ਜੈ ਸ਼ੰਕਰ ਜੀ। ਇਹ ਸਨ ਸਾਡੇ ਨਾਲ ਪੰਜਾਬ ਦੇ ਕਾਰਜਕਾਰਨੀ ਪ੍ਰਧਾਨ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਰੋਹਿਤ ਜੋਸ਼ੀ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਆਏ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਡਾ ਸਾਨੂੰ ਟਾਈਮ ਦਿੱਤਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਫਿਰ ਮਿਲਾਂਗੇ ਇੱਕ ਨਵੇਂ ਇੰਟਰਵਿਊ ਦੇ ਵਿੱਚ। तीखी मगर सीधी बात। जय श्री राम, सत श्री अकाल, आदाब, नमस्कार।